ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਸਮਦ ਸਾਹਿਬ, ਪਹਿਲਾ ਸਵਾਲ ਇਸੇ ਗੱਲ ਤੋਂ ਉੱਠਦਾ, ਦਿਨ ਭਰ ਜੋ ਕੁਝ ਵਾਪਰਦਾ ਰਿਹਾ, ਮਾਪਿਓ ਨੇ ਜਿਹੜੀ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ, ਉਹਨਾਂ ਨੇ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਦੇ ਵਿੱਚ ਟੀਮ ਦਾ ਗਠਨ ਕਰ ਦਿੱਤਾ ਕਿ ਜਾਂਚ ਪੜਤਾਲ ਕਿਸ ਢੰਗ ਨਾਲ ਹੋਣੀ ਹੈ। ਐਸਟੀਐਫ ਆਪਣੇ ਤੌਰ ਦੇ ਉੱਤੇ ਲੱਗੀ ਹੈ, ਐਂਟੀ ਟਾਸਕ ਜਿਹੜੀ ਗੈਂਗਸਟਰ ਫੋਰਸ ਹੈ ਉਹ ਆਪਣੇ ਤਰੀਕੇ ਨਾਲ ਲੱਗੀ ਹੋਈ ਹੈ। ਉਹ ਉੱਤਰਾਖੰਡ, ਦੇਹਰਾਦੂਨ, ਵੱਖੋ ਵੱਖਰੇ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਹੱਥ ਕੀ ਲੱਗਿਆ ਉਹ ਸਾਰਾ ਕੁਝ ਕਹਿੰਦੇ ਇਨਕੁਆਇਰੀ ਦਾ ਮੈਟਰ ਹੈ। ਕੁਝ ਢਾਬਿਆਂ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ। ਇਹ ਸਾਰਾ ਕੁਝ ਆ, ਇਹਨੂੰ ਸਾਰੇ ਨੂੰ ਹੁਣ ਦੀ ਮਤਲਬ ਕਿ ਜਿਹੜੀ ਪੋਜੀਸ਼ਨ ਹੈ ਉੱਥੇ ਕਿਸ ਤਰ੍ਹਾਂ ਦੇਖਿਆ ਜਾਵੇ ਕਿ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ, ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ, ਤੇ ਉਧਰੋਂ ਕਾਂਗਰਸ ਨੇ ਤਾਂ ਆਪਣਾ ਜਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਇਹਨਾਂ ਨੇ ਚੋਣ ਲੜੀ ਸੀ, ਸਿੱਧੂ ਮੂਸੇਵਾਲਾ ਨੇ, ਉਹਨਾਂ ਨੇ ਪੂਰਾ ਮੋਰਚਾ ਉੱਥੇ ਗੱਡਿਆ ਹੋਇਆ। ਦਿੱਲੀ ਦੇ ਵਿੱਚ ਵੀ ਕੇਜਰੀਵਾਲ ਸਾਹਿਬ ਦੇ ਘਰ ਦੇ ਬਾਹਰ ਪ੍ਰਦਰਸ਼ਨ, ਇਹ ਸਾਰੀਆਂ ਤਸਵੀਰਾਂ ਦਿਨ ਭਰ ਚੱਲਦੀਆਂ ਰਹੀਆਂ। ਚੰਡੀਗੜ੍ਹ 'ਚ ਵੀ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਹੋਇਆ। ਸੁਖਵਿੰਦਰ, ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਦੀ ਅਸੀਂ ਇਸ ਨੌਜਵਾਨ ਦੀ ਮੌਤ ਦੀ ਖਬਰ ਸੁਣੀ, ਮੈਂ ਖੁਦ ਬਜ਼ਾਤੇ ਖੁਦ ਇੰਨਾ ਜ਼ਿਆਦਾ ਪਰੇਸ਼ਾਨ ਆ, ਮੈਂ ਦੱਸ ਨਹੀਂ ਸਕਦਾ। ਰਾਤ ਰੋਟੀ ਲੰਘ ਨਹੀਂ ਸੀ ਰਹੀ। ਹਾਲਾਂਕਿ ਮੈਂ ਉਹਦਾ ਕੋਈ ਬਹੁਤ ਵੱਡਾ ਫੈਨ ਨਹੀਂ ਸੀ ਵੀ ਮੈਂ ਉਹਦੇ ਗਾਣੇ ਸੁਣਦਾ ਸੀ, ਨਹੀਂ, ਪਰ ਫਿਰ ਵੀ ਇੱਕ ਉਹ ਮਤਲਬ ਜਵਾਨੀ ਭਰੀ ਜਵਾਨੀ ਵਿੱਚ ਕਿਸੇ ਦਾ ਚਲੇ ਜਾਣਾ ਔਰ ਇਸ ਤਰੀਕੇ ਦੀ ਦਰਦਨਾਕ ਮੌਤ ਬਰਦਾਸ਼ਤ ਨਹੀਂ ਹੋ ਰਿਹਾ, ਕਿਸੇ ਵੀ ਪੰਜਾਬੀ ਨੂੰ ਬਰਦਾਸ਼ਤ ਨਹੀਂ। ਹੁਣ ਦੂਸਰਾ ਸਵਾਲ ਆ ਜਾਂਦਾ ਕਿ ਆਖਰ ਕੀ ਹੋਇਆ। ਸੁਖਵਿੰਦਰ, ਇਹਦਾ ਜਵਾਬ ਅੱਜ ਦੀ ਘੜੀ ਦੇ ਨਾਲ ਨਹੀਂ ਦੇਖਾਂਗੇ। ਇਹਦੇ ਲਈ ਸਾਨੂੰ ਅਤੀਤ ਵਿੱਚ ਜਾਣਾ ਪੈਣਾ। ਅਤੀਤ ਜੋ 2000 ਦੇ ਵਿੱਚ, ਜਦੋਂ 2000 ਵਾਲਾ ਦਹਾਕਾ, ਸਦੀ ਬਦਲਦੀ ਹੈ, ਸਦੀ ਨਵੀਂ ਸ਼ੁਰੂ ਹੁੰਦੀ ਹੈ, ਉਦੋਂ ਪੰਜਾਬ ਦੇ ਵਿੱਚ ਮਿਊਜ਼ਿਕ ਇੰਡਸਟਰੀ ਇੱਕ ਨਵਾਂ ਰੁਖ ਲੈਂਦੀ ਹੈ। ਪੋਸਟ ਟੈਰਰਿਜ਼ਮ ਜਿਹਨੂੰ ਕਹਿੰਦੇ ਆ, ਬਾਹਰ ਜਾ ਕੇ ਸ਼ੋਅ ਹੋਣ ਲੱਗਦੇ ਨੇ। ਮੇਰੇ ਯਾਦ ਆ 98 ਸਮੇਂ ਉੱਥੇ ਜੇ ਬੱਬੂ ਮਾਨ ਵੀ ਨਵਾਂ ਸਟਾਰ ਬਣਦਾ, ਹੋਰ ਬੜੇ ਵੱਡੇ ਸਟਾਰ, ਦਲੇਰ ਮਹਿੰਦੀ ਨਿਕਲਦਾ, ਜਸਵੀਰ ਜੱਸੀ ਆਉਂਦਾ, ਸ਼ੰਕਰ ਸਾਨੀ ਆਉਂਦਾ, ਸਰਦੂਲ ਸਿਕੰਦਰ ਆਉਂਦਾ, ਹੰਸਰਾਜ ਹੰਸ ਆਉਂਦਾ। ਇਹਨਾਂ ਨੂੰ ਨੈਸ਼ਨਲ ਲੈਵਲ ਦੇ ਉੱਪਰ ਟਾਈਮਸ ਮਿਊਜ਼ਿਕ, ਟੀ ਸੀਰੀਜ਼, ਟਿਪਸ ਮਿਊਜ਼ਿਕ, ਮੈਗਨਾ ਸਾਊਂਡ, ਵੱਡੀਆਂ ਕੰਪਨੀਆਂ ਜਨਮ ਲੈਂਦੀਆਂ ਨੇ। ਪੰਜਾਬ ਦੇ ਵਿੱਚ ਵੀ ਇੱਕ ਕੰਪਨੀ ਜਨਮ ਲੈਂਦੀ ਹੈ, ਸਪੀਡ ਰਿਕਾਰਡਸ, ਪਲਾਜ਼ਮਾ ਰਿਕਾਰਡਸ, ਠੀਕ ਹੈ ਨਾ ਜੀ। ਕਈ ਕੰਪਨੀਆਂ ਜਨਮ ਲੈਂਦੀਆਂ ਨੇ। ਉਹ ਇੱਕ ਨਾ ਬੜਾ ਵੱਡਾ ਬਿਜ਼ਨਸ ਮੋਡਿਊਲ ਕ੍ਰੀਏਟ ਹੋ ਜਾਂਦਾ, ਇੰਨਾ ਵੱਡੀ ਇੰਡਸਟਰੀ ਬਣ ਜਾਂਦੀ ਆ ਕਿ ਜਦੋਂ ਸਾਡੇ ਗਾਇਕ, ਪੰਜਾਬੀ ਗਾਇਕ, ਬਾਹਰਲੇ ਜਿਹੜੇ ਪ੍ਰਮੋਟਰਸ ਨੇ ਉਹ ਇਹਨਾਂ ਨੂੰ ਬੁਲਾਉਂਦੇ ਨੇ, ਉੱਥੇ ਡਾਲਰਾਂ ਦੇ ਵਿੱਚ ਨੋਟ ਵਰਦੇ ਨੇ, ਡਾਲਰ ਫਿਰ ਉਹ ਹਵਾਲਾ ਰਾਹੀਂ ਇੰਡੀਆ ਆਉਂਦੇ ਨੇ। ਕਿੰਨਾ ਕੁਛ, ਮਤਲਬ ਉਹ ਹਵਾਲੇ ਨੂੰ ਸਹੀ ਕਰਨ ਲਈ ਫਿਰ ਪੋਲੀਟੀਸ਼ੀਅਨਸ ਅੰਦਰ ਵੜ ਜਾਂਦੇ ਨੇ, ਪੋਲੀਟੀਸ਼ੀਅਨਸ ਅੰਦਰ ਵੜ ਜਾਂਦੇ ਨੇ, ਫਿਰ ਪੁਲਿਸ ਅੰਦਰ ਵੜ ਜਾਂਦੀ ਆ, ਫਿਰ ਅਕਾਲੀਆਂ ਦੀ ਸਰਕਾਰ ਆ ਜਾਂਦੀ ਆ। ਸੁਖਵਿੰਦਰ, ਮੈਂ ਤੱਥਵਾਰ ਗੱਲ ਕਰ ਰਿਹਾ, ਲੜੀਵਾਰ ਗੱਲ ਕਰ ਰਿਹਾ। ਫਿਰ ਗਾਣਿਆਂ ਵਿੱਚ ਸ਼ਰਾਬਾਂ ਬਣਦੀਆਂ ਤੇ ਪੱਧਰ ਤੇ ਸ਼ਰਾਬ ਬਣਦੀ ਆ ਔਰ ਉਹਨੂੰ ਵਿਜ਼ੂਅਲਾਈਜ਼ ਕੀਤਾ ਜਾਂਦਾ। ਕੁੜੀਆਂ ਦੇ ਕੱਪੜੇ ਉਤਾਰੇ ਜਾਂਦੇ ਨੇ, ਠੀਕ ਹੈ ਨਾ, ਹਥਿਆਰਾਂ ਨੂੰ ਉੱਚਾ ਕਰਕੇ ਦਿਖਾਇਆ ਜਾਂਦਾ। ਉਹ ਵੀਡੀਓ ਸਾਡੇ ਡਰਾਇੰਗ ਰੂਮ, ਸਾਡੇ ਬੈਡਰੂਮ ਵਿੱਚ ਵਾੜੇ ਜਾਂਦੇ ਨੇ। ਸਾਡੀ ਸੁਸਾਇਟੀ ਦੇ ਵਿੱਚ ਨਸ਼ੇ ਵਾੜੇ ਜਾਂਦੇ ਨੇ। ਲੋਕਾਂ ਨੂੰ ਇਹ ਦੱਸ ਦਿੱਤਾ ਜਾਂਦਾ ਕਿ ਜਿਹੜਾ ਸ਼ਰਾਬ ਨਹੀਂ ਪੀਂਦਾ ਉਹ ਫੈਸ਼ਨੇਬਲ ਨਹੀਂ ਹੈਗਾ, ਉਹ ਮਾਡਰਨ ਨਹੀਂ ਹੈਗਾ। ਤੇ ਫਿਰ ਉਹੀ ਨਸ਼ੇ ਜਦੋਂ ਕਦੋਂ ਉੜਤਾ ਪੰਜਾਬ ਬਣ ਜਾਂਦਾ ਤੇ ਸਾਨੂੰ ਪਤਾ ਨਹੀਂ ਲੱਗਦਾ। ਔਰ ਉਹ ਹਾਲਾਤ ਨੂੰ ਸਾਡੀ ਸੁਸਾਇਟੀ ਜਿਸ ਪੱਧਰ ਤੇ ਐਕਸੈਪਟ ਕਰਦੀ ਆ, ਜਿਹੜਾ ਵੱਡਾ ਵੈਲਕਮ ਕਰਦੀ ਆ, ਉਹਨੂੰ ਸਪੋਰਟ ਕਰਦੀ ਆ। ਨਵੇਂ ਸਿੰਗਰ ਕਿੱਲਾ ਜ਼ਮੀਨ ਵੇਚ ਕੇ, 2-2 ਕਿੱਲੇ ਜ਼ਮੀਨ ਵੇਚ ਕੇ ਨਵੇਂ ਗਾਣੇ ਕੱਢਦੇ ਨੇ, ਕਿਉਂਕਿ ਉਹ 'ਚ ਪੈਸਾ ਬਹੁਤ ਆ ਗਿਆ। ਇੰਨਾ ਪੈਸਾ, ਇੰਨੀ ਸ਼ੋਹਰਤ, ਮਤਲਬ ਲੋਕ ਪਾਗਲ ਨੇ ਤੁਹਾਨੂੰ ਦੇਖਣ ਲਈ। ਕੋਈ ਵੀ ਜਣਾ ਖਣਾ ਉੱਠ ਕੇ 2 ਕਿੱਲੇ ਵੇਚ ਕੇ ਟੇਪ ਕੱਢ ਰਿਹਾ, ਵੀਡੀਓ ਬਣਾ ਰਿਹਾ, ਮਾਡਲਾਂ ਨਾਲ ਡਾਂਸ ਕਰ ਰਿਹਾ ਔਰ ਰਾਤੋਂ ਰਾਤ ਸਟਾਰ ਬਣ ਗਿਆ। ਉਹ ਮਤਲਬ ਉਹਦਾ ਦਿਮਾਗ ਖਰਾਬ ਹੋ ਗਿਆ। ਸੋ ਇਹਨਾਂ ਹਾਲਾਤਾਂ ਵਿੱਚ ਉਦੋਂ ਇੱਕ ਬੜਾ ਵੱਡਾ ਇੱਕ ਨਾ ਕੁਨਬਾ ਬਣ ਗਿਆ, ਇੱਕ ਮੋਨੋਪੋਲੀ ਹੋ ਗਈ। ਕੁਝ ਕੰਪਨੀਆਂ ਦੀ, ਜਲੰਧਰ ਬੇਸਡ ਕੰਪਨੀਆਂ ਦੀ ਮੋਨੋਪੋਲੀ ਹੋ ਗਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ। ਹੁਣ ਨਵੀਂ ਧਾਰਾ ਜਨਮ ਲੈਂਦੀ ਆ ਸਿੱਧੂ ਮੂਸੇਵਾਲੇ ਦੇ ਨਾਲ। ਕੁਝ ਕੈਨੇਡਾ ਬੇਸਡ ਸਿੰਗਰ ਨੇ ਜਿਹੜੇ ਇਹਨਾਂ ਦੇ ਨਾਲ ਕੰਮ ਕਰਕੇ ਰਾਜੀ ਨਹੀਂ ਸੀ, ਕਿਉਂਕਿ ਐਕਸਪਲੋਇਟੇਸ਼ਨ ਵੀ ਓਡੇ ਵੱਡੇ ਪੱਧਰ ਦੀ ਹੋ ਰਹੀ ਸੀ।
ਮੁੰਡਿਆਂ ਨੂੰ ਉਹ ਕਰਵਾ ਲੈਂਦੇ ਸੀ, ਬੌਂਡ ਭਰਵਾ ਲੈਂਦੇ ਸੀ 5-5 ਸਾਲ 10-10 ਸਾਲ, ਉਹਨਾਂ ਨੂੰ ਰਿੜਕੀ ਜਾਣਾ, ਪੈਸੇ ਕੰਪਨੀਆਂ ਆਪ ਕਮਾ ਰਹੀਆਂ ਨੇ। ਹੁਣ ਵੀ ਬੜੇ ਲੁਧਿਆਣੇ ਵਿੱਚ ਬੜੀਆਂ ਕੰਪਨੀਆਂ ਨੇ ਇਹੋ ਜਿਹੇ ਕੰਮ ਚੱਲ ਰਹੇ, ਜਲੰਧਰ ਵਿੱਚ ਬਹੁਤ ਵੱਡਾ ਕੰਮ ਹੈਗਾ ਹੈ। ਸੋ ਉਹ ਜਦੋਂ ਇੱਕ ਗੈਂਗ, ਫਿਰ ਉਹ ਗੈਂਗ ਬਣ ਗਏ, ਇਹਦੇ ਵਿੱਚ ਰੀਅਲ ਸਟੇਟ ਵਾਲੇ ਬਣ ਗਏ। ਫਿਲਮਾਂ ਦੇ ਵਿੱਚ ਵੀ ਇਹੀ ਹੋਇਆ, ਪੰਜਾਬੀ ਸਿਨੇਮਾ ਜਨਮ ਲੈਂਦਾ ਹੈਗਾ, ਉਹੀ ਸਿੰਗਰ ਹੀਰੋ ਬਣ ਗਏ, ਰੀਅਲ ਸਟੇਟ ਦੇ ਪੈਸੇ ਲੱਗਦੇ ਨੇ, 2 ਨੰਬਰ ਦਾ ਪੈਸਾ ਚਿੱਟਾ ਹੋ ਰਿਹਾ। ਮਤਲਬ ਆਹ ਕੁਛ ਚੱਲ ਪਿਆ। ਜਿਹੜਾ ਆਪਣਾ ਬੰਬੇ ਤੋਂ, ਜਿਹਦੀ ਆਪਾਂ ਕਹਿੰਦੇ ਰਿੰਦਾ ਸੰਧੂ ਵੱਡਾ ਗੈਂਗਸਟਰ ਸੀ, ਮਹਾਰਾਸ਼ਟਰ ਤੋਂ ਹੁੰਦਾ ਹੋਇਆ ਗੁਜਰਾਤ ਘੁੰਮਦਾ ਘੁੰਮਦਾ ਪੰਜਾਬ ਆ ਗਿਆ। ਕਦੋਂ ਗੈਂਗਿਜ਼ਮ ਕ੍ਰੀਏਟ ਹੋ ਗਿਆ ਪੰਜਾਬ ਦੇ ਵਿੱਚ, ਚੰਡੀਗੜ੍ਹ ਮੋਹਾਲੀ ਵਿੱਚ ਵੱਡੇ ਵੱਡੇ ਟਾਵਰ ਖੜੇ ਹੋ ਗਏ ਰੀਅਲ ਸਟੇਟ ਦੇ, ਫਿਲਮਾਂ ਬਣ ਰਹੀਆਂ ਨੇ, ਪੁਲਿਸ ਵਾਲਿਆਂ ਨਾਲ ਨੇੜਤਾ ਹੈਗੀ ਆ। ਹੁਣ ਤੁਸੀਂ ਦੇਖੋ, ਜੇ ਆਪਾਂ ਜ਼ਿਆਦਾ ਦੂਰ ਨਾ ਜਾਈਏ, ਮੈਂ ਇਹਦੀ ਵੀ ਗੱਲ ਕਰਾਂਗਾ ਆਪਣੇ ਮੁੰਡੇ ਦੀ ਜੋ ਭਰ ਜਵਾਨੀ ਮਾਰਿਆ ਗਿਆ, ਸਿੱਧੂ ਮੂਸੇਵਾਲਾ। ਇਸ ਦੇ ਉੱਤੇ ਵੀ ਤਾਂ ਉਹ ਕੇਸ ਚੱਲਿਆ ਸੀ, ਪੁਲਿਸ ਵਾਲਿਆਂ ਦੀਆਂ ਰਫਲਾਂ ਰੱਖੀਆਂ ਹੋਈਆਂ ਸੀ, ਵੀਡੀਓ ਬਣ ਰਹੀ ਸੀ ਵੀ ਇਹਦੇ ਨਾਲ ਵੀ ਪੁਲਿਸ ਅਫਸਰਾਂ ਦੀ ਬਹੁਤ ਨੇੜਤਾ ਸੀ। ਬਾਕੀਆਂ ਦੀ ਵੀ ਹੈਗੀ ਆ, ਮਤਲਬ ਇਹ ਕੋਈ ਇਕੱਲਾ ਨਹੀਂ ਸੀ ਹੈਗਾ। ਪਰ ਹਾਂ, ਇਹ ਇਕੱਲਾ ਮਾਰਿਆ ਗਿਆ। ਇਹ ਇੱਕ ਵੱਡੇ ਵਿਚਾਰਨ ਦੀ ਗੱਲ ਆ, ਕਿਉਂਕਿ ਇਸ ਨੇ ਇੱਕ ਨਵਾਂ ਟ੍ਰੈਂਡ ਦਿੱਤਾ ਸੀ ਮਾਰਕੀਟ ਵਿੱਚ, ਸੋਲੋ ਗਾਣੇ ਦਾ, ਸੋਲੋ ਐਲਬਮ ਦਾ, YouTube ਚੈਨਲ ਆਪਣਾ ਸ਼ੁਰੂ ਕਰਨ ਦਾ, ਵੱਡੀਆਂ ਕੰਪਨੀਆਂ ਤੋਂ ਮੁਨਕਰ ਹੋਣ ਦਾ। ਸੋ ਇਹ ਇੱਕ ਰੋਬਿਨ ਹੁੱਡ ਸੀਗਾ, ਮਿਊਜ਼ਿਕ ਇੰਡਸਟਰੀ ਦਾ ਰੋਬਿਨ ਹੁੱਡ ਜਿਹਨੂੰ ਕਹਾਂਗੇ, ਕਿ ਇਹਨੇ ਜੁਰਅਤ ਕੀਤੀ ਸੀ ਉਹ ਬਣੀ ਹੋਈ ਮੋਨੋਪੋਲੀ ਜੋ ਪੋਲਿਟਿਕਸ, ਪੁਲਿਸ ਤੇ ਉਸ ਸਾਰੇ ਮਤਲਬ ਪੋਲਿਸ਼ਡ ਲੋਕਾਂ ਦੀ ਇੱਕ ਵੱਡੀ ਬਣੀ ਹੋਈ ਸੀ ਨਾ ਕੰਪਨੀ, ਜਿਹਨੂੰ ਮਾਫੀਆ ਕਹਿ ਦਿੰਦੇ ਆ, ਉਹਨੂੰ ਚੈਲੰਜ ਕੀਤਾ ਸੀ ਇਸਨੇ। ਔਰ ਇਹਦੇ ਚੈਲੰਜ ਨੂੰ ਸਪੋਰਟ ਕੀਤੀ ਸੀ ਲੋਕਾਂ ਨੇ। ਇਹ ਜਦੋਂ ਕੋਈ ਗਾਣਾ ਪਾਉਂਦਾ ਸੀ, ਰਾਤੋਂ ਰਾਤ ਬਿਲੀਅਨਸ ਦੇ ਵਿੱਚ ਵਿਊਜ਼ ਹੁੰਦੇ ਸੀ, ਤੇ ਇਹਦੇ ਕੋਲੇ ਵੀ ਉਨਾ ਹੀ ਪੈਸਾ ਆ ਗਿਆ। ਕੰਪਨੀਆਂ ਦੇ ਸਟਾਰਸ ਕੋਲੇ ਉਹਨੇ ਪੈਸੇ ਨਹੀਂ ਸੀ ਜਿੰਨੇ ਸਿੱਧੂ ਮੂਸੇਵਾਲੇ ਨੇ ਆਪਣੇ ਆਪ, ਆਪਣੇ ਹਿੱਕ ਦੇ ਜ਼ੋਰ ਤੇ ਕਮਾਏ ਸੀ। ਤਾਂ ਉਹ ਚੀਜ਼ਾਂ ਹੁਣ ਬਰਦਾਸ਼ਤ ਨਹੀਂ ਹੁੰਦੀਆਂ। ਫਿਰ ਐਕਸਟੋਰਸ਼ਨ ਹੁੰਦੀ ਆ, ਫਰੌਤੀਆਂ ਮੰਗਦੇ ਨੇ ਲੋਕ। ਤੇ ਫਿਰ ਇੱਕ ਪਿਛਲੀਆਂ ਚੋਣਾਂ ਵਿੱਚ ਮਿੱਡੂ ਖੇੜੇ ਦਾ ਕਤਲ ਹੁੰਦਾ, ਉਹਦੇ ਵਿੱਚ ਇਹਨਾਂ ਦੇ ਪੀਏ ਦਾ ਨਾਂ ਆਉਂਦਾ, ਸ਼ਗਨ ਦਾ, ਉਹ ਭੱਜ ਜਾਂਦਾ, ਗਾਇਬ ਆ। ਉਦੋਂ ਬਾਅਦ ਮਨਕੀਰਤ ਔਲਖ ਦਾ ਨਾਂ ਆਉਂਦਾ, ਉਹ ਮਤਲਬ ਕਹਿੰਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹਦੇ ਕੀ ਕਹਿੰਦੇ ਨੇ ਜਿਹੜੇ ਗੈਂਗਸਟਰ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਆ ਮਾਰਨ ਦੀ, ਬਿਸ਼ਨੋਈ ਗਰੁੱਪ ਨੇ, ਗੋਲਡੀ ਬਰਾੜ ਨੇ, ਉਹਨਾਂ ਦਾ ਕਲੋਜ਼ ਫਰੈਂਡ ਆ। ਇਹਦੇ ਮਰਨ ਤੋਂ ਬਾਅਦ ਹੁਣ ਜਿਹੜੇ ਦੂਸਰੇ ਗੌਂਡਰ ਗਰੁੱਪ ਆ ਜਾਂ ਬਬੀਹਾ ਗਰੁੱਪ ਆ, ਉਹਨਾਂ ਦਾ ਜਵਾਬ ਆਉਂਦਾ ਕਿ ਇਹ ਸਾਡੇ ਨਾਲ ਤਾਂ ਨਹੀਂ ਸੀ, ਪਰ ਸਾਡਾ ਨਾਮ ਲੈ ਕੇ ਇਹਦਾ ਕਤਲ ਕੀਤਾ ਗਿਆ ਤਾਂ ਅਸੀਂ ਮੋੜਾਂਗੇ। ਸੋ ਮੈਂ ਉਹ ਕਹਿ ਰਿਹਾ ਕਿ ਆਪਕੋ ਐਸਕੋਬਾਰ ਦੀ ਕਹਾਣੀ, ਇੰਗਲਿਸ਼ ਹਾਲੀਵੁੱਡ ਮੂਵੀ ਗॉडफादर ਦੀ ਕਹਾਣੀ, ਜਾਂ ਦੇਸੀ ਤਰੀਕੇ ਨਾਲ ਮੈਂ ਕਹਾਂ ਕਿ ਦਾਊਦ ਇਬਰਾਹਿਮ ਦੀ ਕਹਾਣੀ, ਜੋ ਬਾਲੀਵੁੱਡ ਦੇ ਵਿੱਚ ਆਪਣੀਆਂ ਮਰਜ਼ੀਆਂ ਚਲਾਉਂਦਾ ਸੀ, ਤੇ ਇੱਥੇ ਵੀ ਉਹੀ ਕੰਮ, ਪੰਜਾਬ ਦੇ ਵਿੱਚ ਵੀ ਉਹ ਕੰਮ ਸ਼ੁਰੂ ਹੋ ਚੁੱਕਿਆ। ਪੋਲੀਟੀਸ਼ੀਅਨਸ ਦੀ ਸ਼ਰਨ ਦੇ ਵਿੱਚ ਇਹ ਕੰਪਨੀਆਂ ਵਾਲੇ ਬੈਠੇ ਨੇ, ਕੰਪਨੀਆਂ ਵਾਲਿਆਂ ਦੀ ਬੌਂਡ ਭਰੇ ਹੋਏ ਫਸੇ ਹੋਏ ਮਿਊਜ਼ੀਸ਼ੀਅਨ, ਸਿੰਗਰ ਬੈਠੇ ਨੇ। ਔਰ ਜਿਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਕੁੜੀਆਂ ਦੀ ਹੁੰਦੀ ਆ, ਫੀਮੇਲ ਸਿੰਗਰਾਂ ਦੀ ਹੁੰਦੀ ਆ, ਮੇਲ ਸਿੰਗਰਾਂ ਦੀ ਹੁੰਦੀ ਆ, ਉਹ ਲੁਕੀ ਨਹੀਂ ਹੋਈ। ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਕਾਲਾ ਬਾਜ਼ਾਰੀ ਆ। ਔਰ ਮੈਂ ਤੁਹਾਨੂੰ ਹੋਰ ਦੱਸਾਂ, ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਇਸ ਮਾਰਕੀਟ ਤੋਂ ਚੰਗੀ ਤਰ੍ਹਾਂ ਜਾਣੂ ਨੇ। ਉਹ ਜਾਣੂ ਨੇ, ਇਹ ਮਤਲਬ ਉਹਨਾਂ ਨੂੰ ਇਹ ਸਭ ਪਤਾ ਕਿ ਹਾਲਾਤ ਕੀ ਨੇ। ਔਰ ਸ਼ਾਇਦ ਇਹਨਾਂ ਚੀਜ਼ਾਂ ਕਰਕੇ ਹੋਵੇ ਤੋਂ ਮੁਨਕਰ ਹੋ ਕੇ ਦੂਸਰੇ ਪਾਸੇ ਚਲੇ ਗਏ, ਪੋਲਿਟਿਕਸ ਵਿੱਚ ਚਲੇ ਗਏ। ਸੋ ਉਹ ਚੀਜ਼ਾਂ ਜਦੋਂ ਆ ਕੇ ਖੜ ਜਾਂਦੀਆਂ ਨੇ ਨਾ ਸਾਡੇ ਬੂਹੇ ਦੇ ਉੱਪਰ, ਫਿਰ ਉਹਨਾਂ ਲਈ ਸਾਨੂੰ ਦਰਵਾਜ਼ੇ ਖੋਲਣੇ ਪੈਂਦੇ ਨੇ। ਉਹ ਉਰਦੂ ਦਾ ਸ਼ੇਰ ਨਹੀਂ ਕਿ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਉਹ ਜਿਹੜੀ ਫਸਲ ਬੀਜੀ ਗਈ ਸੀ, ਸਾਡੇ ਸਮਾਜ ਨੇ ਉਹਨੂੰ ਅਸੈਪਟ ਕੀਤਾ ਸੀ, ਉਹ ਫਿਰ ਦਾਣੇ ਤਾਂ ਹੁਣ ਘਰੇ ਆ ਕੇ ਡਿੱਗੇ ਨਾ। ਤੇ ਉਹ ਤੁਸੀਂ ਦੇਖੋ ਵੀ ਉਹ ਮੁੰਡਾ ਪਿੱਛੇ ਜੇ ਕਬੱਡੀ ਵਾਲਾ ਮਾਰਿਆ ਗਿਆ, ਪਹਿਲਾਂ ਕਿੰਨੇ ਕਬੱਡੀ ਕੱਪ ਹੁੰਦੇ ਸੀ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਬਾਹਰੋਂ ਟੀਮਾਂ ਆਉਂਦੀਆਂ ਸੀ। ਹੁਣ ਸੁਣਦੇ ਹੋ ਕੋਈ ਆਉਂਦਾ? ਕੋਈ ਨਹੀਂ ਆਉਂਦਾ, ਕਿਉਂਕਿ ਉਹ ਮੋਨੋਪਲਾਈਜ਼ ਹੋ ਗਈ। ਗੈਂਗਸ ਨੇ ਇਕੱਠੇ ਕਰ ਲਏ ਕਿ ਆਹ ਲੀਗ ਮੇਰੀ ਆ, ਉਹ ਲੀਗ ਮੇਰੀ ਆ। ਜੇ ਕੋਈ ਇਹਦੇ ਵਿੱਚ ਆਇਆ ਜਾਂ ਇਹਨੂੰ ਕੋਈ ਪੈਰਲਲ ਕ੍ਰੀਏਟ ਕਰੂਗਾ, ਉਹਦਾ ਸਫਾਇਆ ਹੋ ਜਾਊਗਾ। ਵੱਡੇ ਵੱਡੇ ਕਬੱਡੀ ਦੇ ਪ੍ਰਮੋਟਰ ਚੁੱਪ ਕਰਕੇ ਘਰੇ ਬੈਠ ਗਏ, ਕੋਈ ਵੀ ਬੋਲ ਕੇ ਰਾਜ ਨਹੀਂ, ਕਿਉਂਕਿ ਪਤਾ ਜਾਨ ਦਾ ਖਤਰਾ ਬਹੁਤ ਬਣਿਆ ਹੋਇਆ। ਔਰ ਜਾਨ ਜਾਣੀ ਕਿਸੇ ਪਾਸੇ ਹੋਰ ਆ, ਨਾਮ ਗੈਂਗਸਟਰ ਦਾ ਲੱਗ ਜਾਣਾ ਬੜਾ ਸੌਖਾ। ਕਿਸੇ ਗੈਂਗਸਟਰ ਦਾ ਨਾਮ ਲਾ ਦੋ। ਹੁਣ ਸਿੱਧੂ ਮੂਸੇਵਾਲੇ ਦਾ ਬੜਾ ਸੌਖਾ ਡੀਜੀਪੀ ਪੰਜਾਬ ਨੇ ਬੋਲਤਾ ਕਿ ਜੀ ਹਾਂ ਇਹ ਤਾਂ ਗੈਂਗਵਾਰ ਸੀ, ਬੜੇ ਆਰਾਮ ਨਾਲ ਕਹਿਤਾ। ਕਿਉਂਕਿ ਪੰਜਾਬ ਪੁਲਿਸ ਨੇ ਆਪਣੇ ਗਰੇਬਾਨ ਨੂੰ ਵੀ ਛਡਾਉਣਾ ਸੀ, ਬਚਾਉਣਾ ਸੀ ਕਿ ਅਸੀਂ ਤਾਂ ਜਿਹੜੀ 2 ਦਿਨ ਪਹਿਲਾਂ ਫਹਿਰਿਸਤ ਜਾਰੀ ਕੀਤੀ ਸੀ ਅਖਬਾਰਾਂ ਵਿੱਚ ਕਿ ਫਲਾਣੇ ਫਲਾਣੇ ਦੀ ਸਿਕਿਉਰਿਟੀ ਵਾਪਸ ਲੈ ਲਈ, ਤੇ ਉਹ ਇੱਕ ਤਰ੍ਹਾਂ ਦਾ ਇਨਵੀਟੇਸ਼ਨ ਸੀ ਨਾ ਉਹਨਾਂ ਦੇ ਦੁਸ਼ਮਣਾਂ ਨੂੰ ਕਿ ਹੁਣ ਤੁਸੀਂ ਇਹ ਮਾਰ ਸਕਦੇ ਹੋ, ਇਹਨਾਂ ਨੂੰ ਨੱਥੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਤਲਬ ਕੀ ਕਹਾਂਗੇ ਬੇਵਕੂਫੀ ਆ
ਇੱਕ ਪੋਲੀਟੀਕਲ ਬੇਵਕੂਫੀ ਆ, ਇੱਕ ਆਰਗੇਨਾਈਜੇਸ਼ਨਲ ਬੇਵਕੂਫੀ ਆ ਜੋ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਆ। ਤੁਸੀਂ ਆਪਣੇ ਉਹਨਾਂ ਅਫਸਰਾਂ ਦੀ ਜ਼ਿੰਦਗੀ ਵੀ ਦਾਅ ਤੇ ਲਾ ਦਿੱਤੀ ਜਿਨ੍ਹਾਂ ਨੇ ਕਦੇ ਖਾੜਕੂਵਾਦ ਦੇ ਖਿਲਾਫ ਲੜਾਈ ਲੜੀ। ਉਹ ਕਿੰਨੇ ਹੀ ਏਡੀਜੀਪੀ ਡੀਜੀਪੀ ਨੇ ਜਿਨ੍ਹਾਂ ਦੀ ਜਾਨ ਨੂੰ ਖਤਰਾ, ਜਿਨ੍ਹਾਂ ਦੇ ਪਰਿਵਾਰਾਂ ਨੂੰ ਖਤਰਾ। ਠੀਕ ਆ, ਤੁਸੀਂ ਸਿਕਿਉਰਿਟੀ ਵਾਪਸ ਲੈ ਲਈ, ਲੈ ਲਓ, ਪਰ ਇਹ ਕੀ ਦੱਸਣ ਦੀ ਲੋੜ ਆ ਕਿ ਫਲਾਣੇ ਸਿੰਘ ਧਮਕੇ ਦੀ ਅਸੀਂ ਸਿਕਿਉਰਿਟੀ ਵਾਪਸ ਲੈ ਲਈ, ਫਲਾਣੇ ਸ਼ਹਿਰ 'ਚ ਰਹਿੰਦਾ ਹੈਗਾ। ਇਹ ਬੇਵਕੂਫੀਆਂ ਭਰੀਆਂ ਗੱਲਾਂ ਨੇ। ਸੋ ਇਹ ਚੀਜ਼ਾਂ ਕਰਕੇ ਸਿੱਧੂ ਮੂਸੇਵਾਲੇ ਦਾ ਕਤਲ ਇੱਕ ਗੈਂਗਵਾਰ ਦਾ ਨਤੀਜਾ ਨਹੀਂ ਹੈਗਾ, ਇਹ ਸਾਡੇ ਸਮਾਜ ਦੀ ਗੰਦਗੀ ਦੀ ਦੇਣ ਹੈਗੀ। ਇਹ ਸਾਡੀ ਗੰਦੀ ਸੋਚ ਵਿੱਚੋਂ ਜੋ ਪਨਪਿਆ ਉਹ ਚੀਜ਼ਾਂ ਨੇ, ਕ੍ਰਾਈਮ ਪਨਪਿਆ ਹੈਗਾ। ਉਹਦੇ ਵਿੱਚ ਬੇਰੁਜ਼ਗਾਰ ਮੁੰਡੇ ਧੱਕੇ ਗਏ ਨੇ ਜਿਨ੍ਹਾਂ ਕੋਲ ਰੁਜ਼ਗਾਰ ਨਹੀਂ ਸੀ ਹੈਗਾ। ਅੱਜ ਦੇਖੋ ਤੁਸੀਂ, ਉਹ ਚੀਮਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਫਿਰ ਛੱਡਿਆ ਗਿਆ। ਕੋਈ ਕਹਿ ਰਿਹਾ ਉਹਦੇ ਕੋਲੇ ਪਿਸਤੌਲ ਸੀ, ਕੋਈ ਕਹਿ ਰਿਹਾ ਉਹ ਗੋਲਡੀ ਬਰਾੜ ਦੇ ਨਾਮ ਤੋਂ ਧਮਕੀਆਂ ਦੇ ਰਿਹਾ ਸੀ, ਜਾਂ ਗੋਲਡੀ ਬਰਾੜ ਉਹਦੇ ਨਾਮ ਤੋਂ ਧਮਕੀਆਂ ਦੇ ਰਿਹਾ ਸੀ। ਇੱਕ ਬੰਦਾ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਕਰਤਾਰ ਚੀਮੇ ਨੇ ਮੇਰਾ 25 ਲੱਖ ਦੇਣਾ ਸੀ, ਜਦੋਂ ਮੈਂ ਮੰਗਦਾ ਸੀ ਤਾਂ ਕਿਸੇ ਹੋਰ ਦੇ ਫੋਨ ਆ ਜਾਂਦੇ ਸੀ। ਸੋ ਇਹ ਗੱਲਾਂ ਲੁਕੀਆਂ ਕੁਝ ਨਹੀਂ ਹੋਈਆਂ। ਮਤਲਬ ਸਿੱਧੂ ਮੂਸੇਵਾਲੇ ਨੇ ਕਿੰਨੀਆਂ ਕੰਪਨੀਆਂ ਖਤਮ ਕਰਤੀਆਂ। ਤੁਸੀਂ ਜਲੰਧਰ ਵਿੱਚ ਜਾ ਕੇ ਦੇਖੋਗੇ 2-3 ਵੱਡੀਆਂ ਕੰਪਨੀਆਂ ਜੋ ਸਰਤਾਜ ਸੀ, ਮਤਲਬ ਜਿਨ੍ਹਾਂ ਦੇ ਨਾਮ ਦੇ ਉੱਪਰ ਪੀਟੀਸੀ ਚੈਨਲ ਦਾ ਮਿਊਜ਼ਿਕ ਚੈਨਲ ਚੱਲਦਾ ਸੀ, ਹਰ ਦੂਜਾ ਗਾਣਾ ਜਿਸ ਕੰਪਨੀ ਦੇ ਨਾਮ ਤੇ ਚੱਲਦਾ ਸੀ, ਔਰ ਜਿਹਨੂੰ ਕਹਿੰਦੇ ਹੁੰਦੇ ਸੀ ਵੀ ਬਾਦਲਾਂ ਦੀ ਕੰਪਨੀ ਆ, ਦੂਜੀ ਕੰਪਨੀ ਆ, ਜੱਜੀ ਬੈਂਸ ਵਰਗੇ ਬੰਦਿਆਂ ਨੂੰ ਖੜਾ ਕੀਤਾ, ਬੰਦ ਹੋ ਗਈਆਂ। ਉਹ ਮਤਲਬ ਇਸ ਤਰ੍ਹਾਂ ਦਾ ਟ੍ਰੈਂਡ ਸ਼ੁਰੂ ਹੋ ਗਿਆ। ਬਾਕੀ ਸਿੰਗਰਾਂ ਨੇ ਵੀ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ। ਜੱਜੀ ਵੀ ਉਹਦੇ ਵਿੱਚ ਚਲਾ ਗਿਆ, ਦਲਜੀਤ ਵੀ ਪਰਾਂ ਹੋ ਗਿਆ, ਗਿੱਪੀ ਗਰੇਵਾਲ ਵੀ ਆਪਦੀ ਕੰਪਨੀ ਬਣਾ ਕੇ ਬੈਠ ਗਿਆ। ਕੰਪਨੀਆਂ ਦਾ ਇੱਥੋਂ ਸਾਰਾ ਕੁਝ ਜਾਂਦਾ ਗਿਆ। ਤਾਂ ਫਿਰ ਉੱਥੇ ਫਿਰ ਗੈਂਗਵਾਰ ਆ ਗਈ, ਤੂੰ ਪੈਸੇ ਵੱਧ ਲੈ ਗਿਆ। ਔਰ ਫਿਰ ਸਿੱਧੂ ਮੂਸੇਵਾਲਾ ਦੇ ਨਾਲ ਇਹਦਾ ਜਿਹੜਾ ਤਰੀਕਾ ਸੀ ਆਪਣੇ ਆਪ ਨੂੰ ਲਾਂਚ ਕਰਨ ਦਾ, ਉਹ ਬਹੁਤ એનર્ਜੈਟਿਕ ਸੀ, ਬਹੁਤ ਵੇਰੀਐਂਟ ਸੀ ਉਹਦੇ ਵਿੱਚ। ਉਹ ਬਹੁਤ ਵਾਇਲੈਂਟ ਕਿਸਮ ਦਾ ਲੱਗਦਾ ਸੀ, ਮਤਲਬ ਆਪਣੇ ਆਪ ਨੂੰ ਸਿੱਟਦਾ ਸੀ। ਔਰ ਕਈਆਂ ਨੂੰ ਉਹ ਪਸੰਦ ਨਹੀਂ ਸੀ ਹੈਗਾ, ਕਿਉਂਕਿ ਇਹੀ ਚੀਜ਼ ਨੂੰ ਸਾਡੀ ਯੂਥ ਪਸੰਦ ਕਰਦੀ ਆ। ਇੱਕ ਰੋਬਿਨ ਹੁੱਡ ਦਾ ਕਰੈਕਟਰ ਹੈਗਾ, ਰੋਬਿਨ ਹੁੱਡ ਦੇ ਕਰੈਕਟਰ ਵਿੱਚ ਜਿਹੜਾ ਵੀ ਆ ਕੇ ਖੜ ਜਾਊਗਾ ਸਾਡੀ ਯੂਥ ਉਹਨੂੰ ਪਸੰਦ ਕਰਦੀ ਆ, ਉਹਨੂੰ ਫੋਲੋ ਕਰਦੀ ਆ, ਉਹਨੂੰ ਰੋਲ ਮਾਡਲ ਬਣਾਉਂਦੀ ਆ। ਉਹ ਰੋਲ ਮਾਡਲ ਦਾ ਦੁਸ਼ਮਣੀ ਇੰਨੀ ਵੱਡੀ ਵੱਧ ਗਈ ਕਿ ਉਹਦਾ ਰੋਲ ਮਾਡਲ ਹੀ ਉਹਦਾ ਦੁਸ਼ਮਣ ਹੋ ਗਿਆ। ਜੀ ਸਮਝ ਸਾਹਿਬ, ਤੁਸੀਂ ਇੱਥੇ ਬੜੀ ਵੱਡੀ ਗੱਲ ਕਹੀ ਹੈ। ਇਹ ਲੋਕਾਂ ਦੇ ਮਨਾਂ 'ਚ ਵੀ ਇਹ ਸਵਾਲ ਉੱਠਦਾ ਹੈ ਕਿ ਆਖਿਰਕਾਰ ਨੌਜਵਾਨ ਪੀੜ੍ਹੀ ਨੂੰ ਰੋਬਿਨ ਹੁੱਡ ਕਿਉਂ ਚਾਹੀਦਾ? ਨੌਜਵਾਨ ਪੀੜ੍ਹੀ ਕਿਉਂ ਅਜਿਹੇ ਗਾਣਿਆਂ ਨੂੰ ਸੁਣਦੀ ਹੈ? ਕੀ ਉਹਨਾਂ ਦੀ ਮਾਨਸਿਕਤਾ ਮੁੱਢ ਤੋਂ ਹੀ ਏਦਾਂ ਦੀ ਹੈ ਜਾਂ ਬਣਾ ਦਿੱਤੀ ਗਈ, ਤੇ ਇਹਦੇ ਨਤੀਜੇ ਅੱਗੇ ਕੀ ਨਿਕਲਣਗੇ? ਇਹ ਸਾਰੇ ਸਵਾਲ। ਦੇਖੋ, ਇਹ ਮਨੋਵਿਗਿਆਨਕ ਸਵਾਲ ਹੈਗਾ। ਜਦੋਂ ਬੱਚਾ ਟੀਨੇਜ ਤੋਂ ਜਵਾਨੀ ਦੇ ਵਿੱਚ ਜਾਂਦਾ, ਉਹ ਹਰ ਉਹ ਚੀਜ਼ ਕਰਨੀ ਚਾਹੁੰਦਾ ਜਿਹਦੇ ਲਈ ਉਹਦਾ ਸਮਾਜ ਉਹਨੂੰ ਆਗਿਆ ਨਹੀਂ ਦਿੰਦਾ, ਉਹਦੇ ਮਾਂ-ਬਾਪ ਉਹਨੂੰ ਆਗਿਆ ਨਹੀਂ ਦਿੰਦੇ। ਉਹ ਕਹਿੰਦੇ ਨਹੀਂ ਹੁੰਦੇ ਕਿ ਜਿੱਧਰ ਕੀੜੇ ਨੂੰ ਜਾਣ ਤੋਂ ਤੁਸੀਂ ਰੋਕੋਗੇ, ਬੱਚੇ ਨੂੰ ਰੁੜੇ ਜਾਂਦੇ ਨੂੰ ਤੁਸੀਂ ਜਿੱਧਰ ਨੂੰ ਜਾਣ ਤੋਂ ਰੋਕੋਗੇ, ਉਹ ਉਧਰ ਜਾਊਗਾ। ਇੱਕ ਬੱਚਾ ਪ੍ਰੈਸ ਲੱਗੀ ਹੋਈ ਆ, ਮਤਲਬ ਮੈਂ ਇੱਕ ਬੜੀ ਛੋਟੀ ਜਿਹੀ ਐਗਜ਼ਾਮਪਲ ਦੇ ਰਿਹਾ। ਤੁਸੀਂ ਪ੍ਰੈਸ ਕਰ ਰਹੇ ਹੋ, ਪ੍ਰੈਸ ਕਨੈਕਟਰ ਲਾਓ, ਤੁਹਾਨੂੰ ਪਤਾ ਵੀ ਉਹਦਾ ਇਹ ਹਿੱਸਾ ਗਰਮ ਹੈਗਾ। ਬੱਚੇ ਨੂੰ ਚਮਕ ਵਾਲੀ ਚੀਜ਼ ਪਸੰਦ ਆਏਗੀ, ਤੁਸੀਂ ਜਿੰਨਾ ਮਰਜ਼ੀ ਰੋਕੋ ਪ੍ਰੈਸ ਵੱਲ ਜਾਊਗਾ। ਪਰ ਜਦੋਂ ਤੱਕ ਉਹ ਪ੍ਰੈਸ ਦੇ ਸੇਕ ਨੂੰ ਉਂਗਲੀ ਨਾਲ ਮਹਿਸੂਸ ਨਹੀਂ ਕਰ ਲੂਗਾ, ਉਹ ਮੁੜੂਗਾ ਨਹੀਂ, ਫਿਰ ਉਹ ਚੀਕਾਂ ਮਾਰੂਗਾ। ਇੱਕ ਐਗਜ਼ਾਮਪਲ ਆ, ਉਹ ਪ੍ਰੈਸ ਹੈਗੀ ਆ। ਉਹ ਰੋਬਿਨ ਹੁੱਡ ਬਣਨਾ ਹਰ ਇੱਕ ਨੂੰ ਲੱਗਦਾ ਕਿ ਮੈਂ ਵੀ ਉਹੋ ਜਿਹਾ ਸਟਾਰ ਬਣਾ, ਮੈਂ ਵੀ ਉਹ ਚੀਜ਼ਾਂ ਕਰਾਂ ਜੋ ਸਿੱਧੂ ਮੂਸੇਵਾਲਾ ਕਰਦਾ ਹੈਗਾ, ਮੈਂ ਵੀ ਉਹ ਚੀਜ਼ਾਂ ਕਰਾਂ ਜੋ ਫਿਲਮਾਂ ਦੇ ਹੀਰੋ ਕਰਦੇ ਨੇ ਕਿ 7 ਮੰਜ਼ਲਾਂ ਤੋਂ ਛਾਲ ਮਾਰਦਾ, 20 ਬੰਦਿਆਂ ਨੂੰ ਰਜਨੀਕਾਂਤ 100 ਬੰਦਿਆਂ ਨੂੰ ਕੁੱਟ ਦਿੰਦਾ। ਹਰ ਕੋਈ ਉਹੋ ਜਿਹਾ ਬਣਨਾ ਚਾਹੁੰਦਾ। ਰਜਨੀਕਾਂਤ ਨੂੰ ਦੇਖ ਲਓ ਤੁਸੀਂ, ਕਿਵੇਂ ਲੋਕ ਜਦੋਂ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ 3 ਦਿਨ ਪਹਿਲਾਂ ਸਿਨੇਮੇ ਦੇ ਬਾਹਰ ਜਾ ਕੇ ਬੈਠ ਜਾਂਦੇ ਨੇ। ਇੱਥੋਂ ਤੱਕ ਕਿ ਆਂਧਰਾ ਪ੍ਰਦੇਸ਼ ਸਰਕਾਰ ਨੂੰ ਤੇ ਤਮਿਲਨਾਡੂ ਸਰਕਾਰ ਨੂੰ ਸਰਕਾਰੀ ਛੁੱਟੀ ਕਰਨੀ ਪੈਂਦੀ ਹੈ ਵੀਰਵਾਰ ਨੂੰ ਕਿ ਜਾਮ ਲੱਗ ਜਾਣਗੇ, ਮੁਸ਼ਕਿਲ ਹੋ ਜੂਗੀ, ਦਫ਼ਤਰ ਖਾਲੀ ਹੋ ਜਾਣਗੇ ਸਰਕਾਰੀ। ਸੋ ਛੁੱਟੀ ਉਹ ਕਰ ਦਿੰਦੇ ਨੇ ਜਦੋਂ ਰਜਨੀਕਾਂਤ ਦੀ ਫਿਲਮ ਲਾਂਚ ਹੋਣੀ ਹੁੰਦੀ ਹੈ। ਲੋਕ ਇਹਨਾਂ ਨੂੰ ਆਪਣਾ ਮਸੀਹਾ ਮੰਨ ਲੈਂਦੇ ਨੇ ਕਿਉਂਕਿ ਉਹ ਸਕਰੀਨ ਤੇ ਦਿਖ ਰਹੇ ਨੇ ਨਾ। ਤੇ ਜਦੋਂ ਗੱਲ ਕਰਦਾ, ਟੁੱਟੇ ਦਿਲ ਦੀ ਗੱਲ ਕਰਦਾ, ਉਹ ਹਰ ਇੱਕ ਨੂੰ ਲੱਗਦਾ ਯਾਰ ਮੇਰੀ ਗੱਲ ਕਰ ਰਿਹਾ। ਜਦੋਂ ਗੱਲ ਕਰਦਾ ਵੀ ਮੈਂ ਮਾਰ ਦੂੰਗਾ, ਸਾਡੇ ਸਮਾਜ ਦੀਆਂ ਔਰਤਾਂ ਤੋਂ ਇੰਨੇ ਲੋਕ ਦੁਖੀ ਨੇ, ਉਹਨੂੰ ਲੱਗਦਾ ਵੀ ਇਹ ਗੱਲ ਸਹੀ ਕਰ ਰਿਹਾ, ਮੈਂ ਵੀ ਕਰ ਸਕਦਾ ਪਰ ਮੈਂ ਕਰ ਨਹੀਂ ਪਾ ਰਿਹਾ ਹਾਂ, ਇਹ ਤਾਂ ਕਰ ਪਾ ਰਿਹਾ। ਸੋ ਬੰਦੇ ਐਸੋਸੀਏਟ ਕਰਦੇ ਨੇ ਆਪਣੇ ਆਪ ਨੂੰ, ਔਰ ਸਾਡੇ ਮਾਪੇ ਸਾਨੂੰ ਰੋਕਦੇ ਨੇ। ਸਾਡੇ ਮਾਪੇ ਠੀਕ ਕਹਿ ਰਹੇ ਹੁੰਦੇ ਨੇ ਕਿ ਗਲਤ ਹੈਗਾ ਨਾ ਜਾਓ, ਪਰ ਜਵਾਨੀ ਨਹੀਂ ਸੁਣਦੀ। ਉਹ ਕਹਿੰਦੇ ਨਾ, ਮੱਛੀ ਪੱਥਰ ਚੱਟੇ ਬਿਨਾ ਪਤਾਲ ਤੋਂ ਵਾਪਸ ਨਹੀਂ ਆਉਂਦੀ। ਉਹ ਗੱਲ ਸਾਡੀ ਜਵਾਨੀ ਦੀ ਆ। ਇਹ ਕੱਲੀ ਅੱਜ ਦੀ ਜਵਾਨੀ ਦੀ ਨਹੀਂ, ਇਹ ਸਦੀਆਂ ਤੋਂ ਇਹੀ ਕੰਮ ਹੁੰਦਾ ਆਇਆ ਹੈ। ਜਵਾਨੀ ਹਮੇਸ਼ਾ ਉਧਰ ਜਾਏਗੀ ਜਿੱਧਰ ਉਹਨੂੰ ਜਾਣ ਤੋਂ ਰੋਕਿਆ ਜਾਏ। ਸੋ ਇਹ ਚੀਜ਼ ਨੂੰ ਸਰਕਾਰਾਂ ਨੇ ਲੈਜੀਟੀਮਾਈਜ਼ ਕੀਤਾ। ਮਜੀਠੀਆ ਸੁਖਬੀਰ ਦੀ ਸਰਕਾਰ ਵੇਲੇ ਤੁਸੀਂ ਦੇਖੋ ਦਾਰੂਆਂ, ਕਿਉਂਕਿ ਜੇ ਦਾਰੂ ਵਿਕੂਗੀ
ਤੇ ਤਾਂ ਹੀ ਦੂਸਰੇ ਨਸ਼ੇ ਦੀ ਤਲਬ ਲੱਗੂਗੀ। ਫਿਰ ਉਹ ਕੀ ਕਰਦੀ ਹੈ ਸਰਕਾਰਾਂ, ਨਸ਼ੇ ਰੋਕਣ ਦੇ ਥਾਂ ਦੇ ਉੱਪਰ ਬਾਕੀ ਨਸ਼ੇ ਬੰਦ ਕਰ ਦਿੰਦੇ ਨੇ। ਉਹ ਉਹੀ ਨਸ਼ਾ ਅਵੇਲੇਬਲ ਹੁੰਦਾ ਮਾਰਕੀਟ ਜਿਹਨੂੰ ਉਹ ਵੇਚਣਾ ਚਾਹੁੰਦੇ ਨੇ। ਮੋਡਸ ਆਪਰੈਂਡੀ ਵੀ ਤਾਂ ਕੰਮ ਕਰਦੀ ਹੈ, ਪੋਲੀਟੀਸ਼ੀਅਨ ਵੀ ਤਾਂ ਕੰਮ ਕਰ ਰਹੇ ਨੇ। ਅਮਰਿੰਦਰ ਸਿੰਘ ਆਪਣੇ ਅਸਤੀਫੇ 'ਚ ਕੀ ਲਿਖਦਾ ਹੈਗਾ? ਇਹੀ ਕੁਛ ਤਾਂ ਲਿਖਦਾ ਹੈਗਾ। ਔਰ ਜੋ ਸਿੱਧੂ ਨੇ ਆ ਕੇ ਆਪਣੇ ਰਿਪੋਰਟ ਵਿੱਚ ਦਿੱਤੀ ਸੀ ਹਾਈ ਕੋਰਟ ਨੂੰ, ਸਾਰਾ ਕੁਝ ਦੇਖਿਆ ਸੀਗਾ, ਉਹ ਭੋਲਾ ਸਾਰਾ ਕੁਝ ਦੱਸਿਆ ਸੀ, ਉਹ ਸਾਰੀਆਂ ਕੁਝ ਚੀਜ਼ਾਂ ਇਹੀ ਤਾਂ ਸੀਗੀਆਂ। ਅੱਜ SIT ਗੈਂਗਸਟਰ ਦੇ ਖਿਲਾਫ ਕਲਮ ਕਰ ਰਹੀ ਆ, ਗੁਰਮੀਤ ਆਪਣੇ ਚੌਹਾਨ ਹੁਣੀ ਕੰਮ ਕਰ ਰਹੇ ਨੇ, ਜਾਂ ਆਪਣਾ ਥੋੜਾ ਬਰਾੜ ਹੁਣੀ ਕੰਮ ਕਰ ਰਹੇ ਨੇ। ਉਹ ਜਿੰਨੇ ਵੀ ਕੰਮ ਕਰ ਰਹੇ ਨੇ ਉਹ ਇਹੀ ਮੋਡਸ ਆਪਰੈਂਡੀ ਨੂੰ ਕਰੈਕ ਕੰਮ ਕਰਨ ਲਈ ਕੰਮ ਕਰ ਰਹੇ ਨੇ। ਕਿ ਪਰ ਉਹਦੇ ਲਈ ਸਰਕਾਰਾਂ ਨੂੰ ਚਾਹੀਦਾ ਕਿ ਸਾਡੇ ਰੋਲ ਮਾਡਲ ਪੁਲਿਸ ਵਾਲੇ ਬਣਨ, ਸਾਡੇ ਰੋਲ ਮਾਡਲ ਪੋਲੀਟੀਸ਼ੀਅਨ ਬਣਨ। ਪਰ ਉਹ ਰੋਲ ਮਾਡਲ ਬਣਨ ਵਾਲਾ ਪੋਲੀਟੀਸ਼ੀਅਨ ਇਮਾਨਦਾਰ ਹੋਣਾ ਚਾਹੀਦਾ, ਉਹ ਰੋਲ ਮਾਡਲ ਬਣਨ ਵਾਲਾ ਪੁਲਿਸ ਆਫੀਸਰ ਇਮਾਨਦਾਰ ਹੋਣਾ ਚਾਹੀਦਾ। ਪਰ ਨਹੀਂ, ਸਾਡਾ ਕੀ ਹੁੰਦਾ, ਇੱਕ ਨਵਾਂ ਪੋਲੀਟੀਸ਼ੀਅਨ ਬਣਦਾ, MLA ਬਣਦਾ, ਉਹ ਰੇਂਜ ਰੋਵਰ ਗੱਡੀ ਲੈ ਲੈਂਦਾ। ਇੱਕ ਬੰਦਾ SSP ਲੱਗਦਾ, ਥੋੜੇ ਦਿਨਾਂ ਬਾਅਦ ਉਹਦੇ ਘਰ ਦੇ ਵਿੱਚ ਅਨੇਕਾਂ ਗੱਡੀਆਂ ਖੜੀਆਂ ਹੁੰਦੀਆਂ ਨੇ, ਰੇਂਜ ਰੋਵਰ ਵੀ ਹੁੰਦੀ ਆ। ਇੱਕ ਬੰਦਾ ਸਿੰਗਰ ਬਣਦਾ, ਉਹਦੇ ਕੋਲੇ ਵੀ ਰੇਂਜ ਰੋਵਰ ਹੁੰਦੀ ਆ, ਔਰ ਉਹ ਸਾਰਿਆਂ ਨੂੰ ਮਿਲਦਾ ਹੈਗਾ। ਉਹਨੂੰ ਪੋਲੀਟੀਸ਼ੀਅਨ ਵੀ ਆਪਣੇ ਘਰੇ ਰੋਟੀ ਤੇ ਬੁਲਾਉਂਦਾ, ਉਹਨੂੰ ਪੁਲਿਸ ਵਾਲਾ ਵੀ ਆਪਣੇ ਘਰੇ ਰੋਟੀ ਤੇ ਬੁਲਾਉਂਦਾ। ਫਿਰ ਉਹ ਸਭ ਨੂੰ ਈਜ਼ੀ ਲੱਗਿਆ ਨਾ, ਪੋਲੀਟੀਸ਼ੀਅਨ ਬਣਨਾ ਔਖਾ, ਪੁਲਿਸ ਵਾਲਾ ਬਣਨਾ ਔਖਾ, ਸਿੰਗਰ ਬਣਨਾ ਸੌਖਾ, ਕਲਾਕਾਰ ਬਣਨਾ ਸੌਖਾ। ਰੇਂਜ ਰੋਵਰ ਤਾਂ ਜ਼ਮੀਨਾਂ ਵੇਚ ਕੇ ਲੈ ਲੈਂਦੇ ਨੇ ਬੰਦੇ, ਬਟ ਉਹ ਚੀਜ਼ਾਂ ਫੈਸੀਨੇਟ ਕਰਦੀਆਂ ਨੇ, ਤੁਹਾਨੂੰ ਦਿਲਕਸ਼ ਲੱਗਦੀਆਂ ਨੇ, ਤੁਸੀਂ ਉਹ ਚੀਜ਼ਾਂ ਨੂੰ ਅਪਣਾਉਣਾ ਚਾਹੁੰਦੇ ਹੋ। ਪਰ ਸਾਡੇ ਮਾਪੇ ਦੀ ਜੇਬ ਅਲਾਉ ਨਹੀਂ ਕਰਦੀ ਹੁੰਦੀ, ਸਾਡੀ ਜੇਬ ਅਲਾਉ ਨਹੀਂ ਕਰਦੀ ਹੁੰਦੀ। ਫਿਰ ਅਸੀਂ ਗਲਤ ਕੰਮ ਕਰਦੇ, ਫਿਰ ਅਸੀਂ ਕਿਸੇ ਦੇ ਲਈ ਗਲਤ ਕੰਮ ਕਰਦੇ ਆ, ਸਾਨੂੰ ਕੋਈ ਆਪਰੇਟ ਕਰ ਜਾਂਦਾ, ਫਿਰ ਇਸ ਤਰ੍ਹਾਂ ਇੱਕ ਕ੍ਰਾਈਮ ਪੈਦਾ ਹੁੰਦਾ। ਸਾਡੀ ਸੁਸਾਇਟੀ ਨੂੰ ਉਹਦੇ ਵਿੱਚ ਧੱਕ ਦਿੱਤਾ ਗਿਆ। ਇੱਕ ਤਾਂ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਕੀ ਕਹਿੰਦੇ ਦੁਖਾਂਤ ਆ, ਉਹ ਇਹ ਆ ਕਿ ਇਹ ਬਾਰਡਰ ਸਟੇਟ ਆ। ਸੋ ਦਿੱਲੀ ਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਹਮੇਸ਼ਾ ਤੋਂ ਇੱਥੇ ਵੱਖਵਾਦੀ ਲੋਕ ਰਹਿੰਦੇ ਨੇ। 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਆਪਣੀ ਮਰਜ਼ੀ ਨਾਲ ਹਿੰਦੁਸਤਾਨ ਦਾ ਹਿੱਸਾ ਬਣਦੀ ਆ, ਸਿੱਖ ਕੌਮ ਆਪਣੀ ਮਰਜ਼ੀ ਨਾਲ ਭਾਰਤੀ ਫੌਜ ਦਾ ਹਿੱਸਾ ਬਣਦੀ ਆ। ਸਿੱਖ ਕੌਮ 1965 75 ਜਿੰਨੀਆਂ ਵੀ ਲੜਾਈਆਂ ਹਿੰਦੁਸਤਾਨ ਦੀ ਫੌਜ ਆਪਣੇ ਦੁਸ਼ਮਣ ਦੇਸ਼ਾਂ ਨਾਲ ਲੜਦੀ ਆ, ਸਿੱਖਾਂ ਦੀਆਂ ਉਹਦੇ ਵਿੱਚ ਕੁਰਬਾਨੀਆਂ ਸਭ ਤੋਂ ਜ਼ਿਆਦਾ ਨੇ। ਪਰਮਵੀਰ ਚੱਕਰ ਆ, ਜਿੰਨੇ ਵੀ ਚੱਕਰ ਨੇ, ਹਰ ਇੱਕ ਦੇ ਵਿੱਚ ਸਿੱਖ ਕੌਮ ਅੱਗੇ ਹੈਗੀ ਆ। ਪਰ ਫਿਰ ਵੀ ਦਿੱਲੀ ਦੀ ਸਰਕਾਰ ਵੱਲੋਂ ਇਸ ਕੌਮ ਨੂੰ ਕੋਈ ਚਾਂਸ ਨਹੀਂ ਛੱਡਿਆ ਜਾਂਦਾ ਕਿ ਗੱਦਾਰ ਸਾਬਤ ਕਰ ਦੋ। ਉਹਨਾਂ ਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਇਹ ਵੱਖਵਾਦੀ ਹੋਣਗੇ। ਵੱਖਵਾਦੀ ਕਦੋਂ ਹੋਣਗੇ? ਜੇ 10 ਬੰਦੇ ਗੰਦੇ ਗਾਲਾਂ ਕੱਢਦੇ ਨੇ ਤੁਹਾਨੂੰ, ਤਾਂ ਉਹ ਸਾਰੇ ਸਿੱਖੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਉਸ ਤੋਂ ਜ਼ਿਆਦਾ ਬੰਦੇ ਤਾਂ ਹਿੰਦੂਇਜ਼ਮ ਦੇ ਵਿੱਚ ਖੜੇ ਨੇ ਜਿਹੜੇ ਗਾਲਾਂ ਕੱਢ ਰਹੇ ਨੇ, ਉਹ ਵੀ ਤਾਂ ਉਸੇ ਦੇਸ਼ ਦਾ ਹਿੱਸਾ ਨੇ। ਸੋ ਗੱਲ ਇਹ ਹੈ ਕਿ ਬੜਾ ਸੌਖਾ ਹੋ ਜਾਂਦਾ ਇੱਕ ਅਪੀਅਰੈਂਸ ਨੂੰ, ਪੱਗ ਵਾਲੀ ਨੂੰ ਟਾਰਗੇਟ ਕਰਨਾ, ਔਰ ਉਹਦੇ ਵਿੱਚ ਹੀ ਪੰਜਾਬ ਆ ਜਾਂਦਾ। ਔਰ ਪੰਜਾਬ ਦੇ ਵਿੱਚ ਇਕੱਲਾ ਸਿੱਖ ਨਹੀਂ ਮਰਦਾ, ਹਰ ਉਹ ਪੰਜਾਬੀ ਮਰਦਾ, ਚਾਹੇ ਉਹ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਸਿੱਖ ਆ। ਸਰਕਾਰਾਂ ਦੀਆਂ ਨੀਤੀਆਂ ਨੇ ਕਿ ਪੰਜਾਬ ਨੂੰ ਵਰਤ ਕੇ ਬਾਕੀ ਮੁਲਕ ਦੀ ਸਿਆਸਤ ਕਰੋ। ਆਮ ਆਦਮੀ ਕੀ ਕਰ ਰਹੀ ਆ? ਪੰਜਾਬ ਦੇ ਵਿੱਚ ਸਿਆਸਤ ਕਰ ਰਹੀ ਆ, ਪਰ ਲੜਾਈ ਇਹਨਾਂ ਦੀ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਜਿੱਤਣ ਤੇ ਲੱਗੀ ਹੋਈ ਆ, ਹਰਿਆਣੇ 'ਚ ਰੈਲੀਆਂ ਕਰਨ ਤੇ ਲੱਗੀ ਹੋਈ ਆ। ਕੇਜਰੀਵਾਲ ਨੇ ਕੱਲ ਰੌਲਾ ਪਾਉਣਾ ਸੀ ਕਿ ਕੁਰੂਕਸ਼ੇਤਰ ਵਿੱਚ ਕਿ ਜੀ ਦੇਖੋ ਅਸੀਂ ਆ 400 ਬੰਦੇ ਦੀ ਸਿਕਿਉਰਿਟੀ ਵਾਪਸ ਲੈ ਲਈ, ਅਸੀਂ ਅਕਾਲ ਤਖਤ ਦੇ ਜਥੇਦਾਰ ਦੀ ਸਿਕਿਉਰਿਟੀ ਵਾਪਸ ਲੈ ਲਈ। ਵੱਡਾ ਉਹ ਬਾਦਲਾਂ ਦਾ ਪਿੱਠੂ ਬਣਦਾ ਸੀ। ਮਤਲਬ ਤੁਸੀਂ ਆਪਣੀ ਇੱਕ ਰੈਲੀ ਦੇ ਵਿੱਚ ਡਾਇਲੌਗ ਬੋਲਣ ਲਈ ਕਿੰਨੇ ਬੰਦਿਆਂ ਦੀ ਜਾਨ ਤੁਸੀਂ ਰਿਸਕ ਦੇ ਉੱਤੇ ਪਾ ਦਿੱਤੀ। ਇਹ ਕੇਜਰੀਵਾਲ ਆਪਣੇ ਆਪ ਨੂੰ ਕਹਿੰਦਾ ਮੈਂ ਦੇਸ਼ ਭਗਤ ਆ, ਤੇ ਮਤਲਬ ਇਹ ਦੇਸ਼ ਭਗਤੀ ਆ। ਔਰ ਜੋ ਭਗਵੰਤ ਮਾਨ ਦੀ ਸਿਚੁਏਸ਼ਨ ਆ, ਉਹ ਸਭ ਨੂੰ ਪਤਾ ਹੈਗਾ ਕਿ ਉਹ ਤਾਂ ਇਸ ਵੇਲੇ ਇੱਕ ਪਪਟ ਮੁੱਖ ਮੰਤਰੀ ਆ। ਜਿਵੇਂ ਦਿੱਲੀ ਤੋਂ ਆਰਡਰ ਆਉਂਦੇ ਨੇ ਉਵੇਂ ਹੀ ਅਫਸਰ ਕੰਮ ਕਰਦੇ ਨੇ। ਭਗਵੰਤ ਮਾਨ ਨੂੰ ਪੁੱਛਿਆ ਨਹੀਂ ਜਾਂਦਾ ਮੇਰੇ ਹਿਸਾਬ ਨਾਲ। ਤਾਂ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ FIR ਕੀ ਹੋਈ ਆ। ਉਹ ਤਾਂ ਜਿਹੜੀ ਉਹਦੇ ਪਿਤਾ ਜੀ ਵੱਲੋਂ ਚਿੱਠੀ ਲਿਖੀ ਗਈ ਆ ਕਿ ਮੁੱਖ ਮੰਤਰੀ ਪੰਜਾਬ ਸ਼੍ਰੀਮਾਨ ਜੀ, ਮੇਰਾ ਬੇਟਾ ਸਿੱਧੂ ਮੂਸੇਵਾਲਾ, ਜੋ ਉਹਦਾ ਨਾਮ ਸੀ ਸ਼ੁਭਦੀਪ ਸਿੰਘ ਸਿੱਧੂ, ਗੈਂਗਵਾਰ ਵਿੱਚ ਕਹਿ ਕੇ ਤੁਸੀਂ ਮਾਰਿਆ, ਤੁਹਾਡੀ ਗਲਤੀ ਹੈਗੀ ਆ, ਅਣਗਹਿਲੀ ਆ। ਮੇਰੇ ਬੇਟੇ ਦਾ ਕੀ ਕਸੂਰ ਸੀ? ਉਹ ਤਾਂ ਕਿਸੇ ਗੈਂਗ ਨਾਲ ਨਹੀਂ ਜੁੜਿਆ ਹੋਇਆ ਸੀ। ਉਸਦੀ ਮਾਂ ਪੁੱਛ ਰਹੀ ਆ, ਮੇਰੀ ਘਰਵਾਲੀ ਮੈਨੂੰ ਪੁੱਛ ਰਹੀ ਆ, ਮੇਰਾ ਪੁੱਤ ਕਦੋਂ ਘਰੇ ਆਊਗਾ? ਮੁੱਖ ਮੰਤਰੀ ਸਾਹਿਬ ਕਦੋਂ ਘਰੇ ਆਊਗਾ? ਉਹਦੀ ਜਾਨ ਚਲੀ ਗਈ ਆ ਔਰ ਉਹਦੇ ਤੇ ਇਲਜ਼ਾਮ ਲੱਗ ਰਹੇ ਨੇ। ਇਨਕੁਆਇਰੀ ਕਰਾ ਦਿਓ, ਕੋਈ ਸਿਟਿੰਗ ਜੱਜ ਹਾਈ ਕੋਰਟ ਦਾ ਬਿਠਾ ਦਿਓ, CBI ਨੂੰ ਬੁਲਾ ਲਓ, NIA ਨੂੰ ਬੁਲਾ ਲਓ, ਹਾੜਾ ਰੱਬ ਦਾ ਵਾਸਤਾ ਕੋਈ ਕਰਵਾ ਦਿਓ ਇਨਕੁਆਇਰੀ। ਮੇਰੇ ਪੁੱਤ ਨੂੰ ਘੱਟੋ ਘੱਟ ਇਨਸਾਫ ਤਾਂ ਮਿਲ ਜੇ। ਉਹਦੀ ਜਾਨ ਵੀ ਜਾਂਦੀ ਰਹੀ ਤੇ ਉਹਦੇ ਤੇ ਕਲੰਕ ਵੀ ਲਾ ਰਹੇ ਹੋ ਕਿ ਉਹ ਗੈਂਗਸਟਰ ਆ। ਉਹ ਬਾਪ ਕੁਰਲਾ ਰਿਹਾ, ਔਰ ਉਸੇ ਬਾਪ ਤੋਂ ਪੰਜਾਬ ਪੁਲਿਸ ਨੇ ਧੱਕੇ ਨਾਲ FIR ਵੀ ਕਰਾ ਲਈ। ਜੋ ਕਹਿ ਰਿਹਾ ਜੀ ਮੈਂ ਚਸ਼ਮਦੀਦ ਆ, ਮੇਰੇ ਸਾਹਮਣੇ ਮੇਰੇ ਬੱਚੇ ਨੂੰ ਗੋਲੀਆਂ ਮਾਰੀਆਂ ਗਈਆਂ, ਜਦੋਂ ਕਿ ਉਹ ਵੀਡੀਓ ਦੇ ਵਿੱਚ ਸਾਫ਼ ਪਤਾ। ਲੋਕ ਕਹਿੰਦੇ ਨੇ ਕੋਈ ਮਤਲਬ 300 ਬੰਦਾ
ਖੜਾ ਉੱਥੇ ਸੈਲਫੀਜ਼ ਲੈ ਰਿਹਾ, ਰਿਕਾਰਡਿੰਗ ਕਰ ਰਿਹਾ, ਉਹ ਲੱਖ ਲਾਹਨਤ ਇਹੋ ਜਿਹੇ ਸਮਾਜ ਦੇ ਉੱਪਰ। ਇੱਕ ਮਤਲਬ ਗੋਲੀਆਂ ਚੱਲ ਗਈਆਂ ਉਹ ਬੰਦੇ ਉੱਪਰ, ਤੁਹਾਨੂੰ ਸੈਲਫੀ ਜਾਂ ਵੀਡੀਓ ਬਣਾਉਣ ਦੀ ਪਈ ਆ ਤੇ ਤੁਸੀਂ ਉਹਦਾ ਜਾ ਕੇ ਦੇਖ ਨਹੀਂ ਰਹੇ। ਉਹ ਪਿੰਡ ਦੇ ਬੱਚੇ ਆਉਂਦੇ ਨੇ 15 ਮਿੰਟ ਬਾਅਦ ਉਹਨੂੰ ਕੱਢਦੇ ਨੇ ਜੀਪ ਚੋਂ, ਇੱਕ ਕਾਰ ਵਾਲਾ ਬੰਦ ਕਰਕੇ ਹੀ ਭੱਜ ਜਾਂਦਾ। ਦੱਸੋ ਵੀ ਮੈਂ ਬਿਠਾਉਣਾ ਹੀ ਨਹੀਂ ਹੈਗਾ। ਇਹੋ ਜਿਹੇ ਲੋਕ ਸਾਡੇ ਸਮਾਜ ਦਾ ਹਿੱਸਾ ਨੇ। ਫਿਰ ਇਹੋ ਜਿਹੇ ਸਮਾਜ ਨੂੰ ਆਹੀ ਕੁਝ ਮਿਲੂਗਾ। ਅੱਜ ਜੇ ਸਿੱਧੂ ਮੂਸੇ ਵਾਲੇ ਦੇ ਗੋਲੀ ਵੱਜਦੀ ਆ, ਕੱਲ ਨੂੰ ਤੁਹਾਡੇ ਘਰਦਿਆਂ ਦੇ ਜਵਾਕਾਂ ਦੇ ਵੀ ਹੋ ਸਕਦਾ ਹੈ ਕੰਮ, ਕਿਉਂਕਿ ਸਮਾਜ ਖੁਦ ਗੰਦ ਨੂੰ ਪਾਲ ਰਿਹਾ। ਔਰ ਚਿੱਕੜ ਕਦੋਂ ਤੁਹਾਡੇ ਘਰ ਤੇ ਆ ਕੇ ਡਿੱਗੂਗਾ ਫਿਰ ਤੁਸੀਂ ਡਿਸਾਈਡ ਨਹੀਂ ਕਰੋਗੇ, ਇਹ ਚਿੱਕੜ ਡਿਸਾਈਡ ਕਰਦਾ। ਸਮਨ ਸਾਹਿਬ, ਮਾਣਯੋਗ ਹਾਈ ਕੋਰਟ ਦੇ ਵਿੱਚ ਅੱਜ ਇੱਕ ਅਪੀਲ ਗਈ ਸੀ, ਪਟੀਸ਼ਨ ਪਾਈ ਸੀਗੀ ਅਕਾਲੀ ਦਲ ਦੇ ਆਗੂ ਲੋਪੋਕੇ ਸਾਹਿਬ ਨੇ ਕੋਈ, ਉਹਨਾਂ ਦੇ ਵੀ ਸਿਕਿਉਰਿਟੀ ਵਿਡਰੋ ਹੋਈ ਸੀ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਨਤਕ ਕੀਤੀ ਲਿਸਟ ਜਨਤਕ ਕਿਵੇਂ ਹੋਈ? ਹਾਈ ਕੋਰਟ ਨੇ ਵੀ ਜਵਾਬ ਮੰਗ ਲਿਆ। 2 ਜੂਨ ਨੂੰ ਸ਼ਾਇਦ ਇੱਥੇ ਸੁਣਵਾਈ ਹੈ ਤੇ ਇੱਥੇ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਸਰਕਾਰਾਂ ਦੇ ਵਿੱਚ ਸਰਕਾਰ ਜਿਹੜੇ ਚਲਾ ਰਹੇ ਨੇ ਉਹਨਾਂ ਦੀ ਜ਼ਿੰਮੇਵਾਰੀ, ਜਾਂ ਪੁਲਿਸ ਤੰਤਰ ਦੀ ਜ਼ਿੰਮੇਵਾਰੀ, ਜਾਂ ਫਿਰ ਇੰਟੈਲੀਜੈਂਸ ਵਿਭਾਗ ਦੀ ਜ਼ਿੰਮੇਵਾਰੀ? ਕੋਈ ਤਾਂ ਜ਼ਿੰਮੇਵਾਰੀ ਲਵੇ ਇਸ ਮਸਲੇ ਦੀ ਕਿ ਆਖਿਰਕਾਰ ਇਹ ਕਿੱਦਾਂ ਹੋ ਗਿਆ। ਤਿੰਨ ਚੀਜ਼ਾਂ ਨੇ, ਪੋਲਿਟਿਕਸ, ਪੁਲਿਸ, ਏਜੰਸੀਆਂ। ਪੋਲਿਟਿਕਸ ਨੂੰ ਅਸੀਂ ਸਿੱਧਾ ਇਹਦੇ ਤੇ ਜ਼ਿੰਮੇਵਾਰ ਨਹੀਂ ਕਹਿ ਸਕਦੇ। ਪੁਲਿਸ ਨੇ ਰਿਵਿਊ ਕਰਨਾ ਸੀ, ਪੁਲਿਸ ਨੇ ਹੀ ਰਿਵਿਊ ਕਰਨਾ ਸੀ ਕਿ ਕਿੰਨਾ ਦੀ ਸਿਕਿਉਰਿਟੀ ਵਾਪਸ ਲੈਣ ਵਾਲੀ ਆ ਔਰ ਕਿੰਨੀ ਵਾਪਸ ਲੈਣ ਵਾਲੀ ਹੈ। ਔਰ ਜੇ ਲਈ ਗਈ ਉਹ ਫਾਈਲ ਉਹ ਆਪਣੇ ਤੱਕ ਰੱਖਣੀ ਚਾਹੀਦੀ ਸੀ, ਉਹਨਾਂ ਨੂੰ ਚੀਫ ਮਿਨਿਸਟਰ ਨੂੰ ਦੱਸਣੀ ਸੀ ਆ ਹੋ ਗਈ। ਬਟ ਇਹ ਲਿਸਟ ਨੂੰ ਜਨਤਕ ਕਰਨ ਦਾ ਕੰਮ ਨਹੀਂ ਸੀ, ਜੋ ਕਿ ਪੁਲਿਸ ਵੱਲੋਂ ਹੋਇਆ ਜਾਂ ਪੋਲੀਟੀਸ਼ੀਅਨਸ ਵੱਲੋਂ ਹੋਇਆ ਜਾਂ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵੱਲੋਂ ਹੋਇਆ। ਜਿਸ ਵੱਲੋਂ ਵੀ ਹੋਇਆ, ਲੱਖ ਲਾਹਨਤਾਂ ਦਾ ਜ਼ਿੰਮੇਵਾਰ ਆ। ਔਰ ਇਹੋ ਜਿਹੇ ਅਫਸਰਾਂ ਦੇ ਉੱਪਰ ਪੂਰੀ ਦੀ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ। ਮੈਂ ਕਹਿੰਦਾ ਉਹਨਾਂ ਅਫਸਰਾਂ ਉੱਤੇ 302 ਦਾ ਪਰਚਾ ਹੋਣਾ ਚਾਹੀਦਾ, ਚਾਹੇ ਉਹ ਪਬਲਿਕ ਰਿਲੇਸ਼ਨ ਦੇ ਨੇ, ਚਾਹੇ ਪੁਲਿਸ ਦੇ ਨੇ, ਚਾਹੇ ਪੋਲੀਟੀਸ਼ੀਅਨ ਨੇ। ਤੀਸਰੀ ਆ ਗਈ ਏਜੰਸੀਜ਼ ਦੀ ਗੱਲ। ਘੱਲੂਘਾਰੇ ਦੇ ਦਿਨ ਆ ਗਏ ਨੇ। 1 ਜੂਨ ਤੋਂ ਲੈ ਕੇ 6 ਜੂਨ ਤੱਕ ਆਪਾਂ ਨੂੰ ਪਤਾ ਹਰ ਸਾਲ ਕੀ ਹੁੰਦਾ। ਅਸੀਂ ਆਪਣੇ ਹੰਢਾਏ ਹੋਏ ਦੁੱਖ ਨੂੰ ਯਾਦ ਕਰਦੇ ਹਾਂ, ਆਪਣੇ ਉਚੜੇ ਹੋਏ ਜ਼ਖਮਾਂ ਦੇ ਦਰਦਾਂ ਨੂੰ ਦੁਬਾਰਾ ਫੀਲ ਕਰਦੇ ਹਾਂ ਔਰ ਯਾਦ ਕਰਦੇ ਹਾਂ ਕਿ ਜਦੋਂ ਦਿੱਲੀ ਤੋਂ ਆਈ ਫੌਜ ਨੇ ਹਰਮੰਦਰ ਸਾਹਿਬ ਦੇ ਉੱਪਰ ਭਾਰਤੀ ਫੌਜ ਨੇ ਹਮਲਾ ਕੀਤਾ। ਸਾਡੇ ਮੁਲਕ ਦੀ ਫੌਜ ਨੇ ਸਾਡੇ ਤੇ ਹਮਲਾ ਕੀਤਾ ਤੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਗੁਰਾਂ ਦੇ ਬਣਾਏ ਹੋਏ ਅਕਾਲ ਤਖਤ ਨੂੰ ਢਾਤਾ। 6ਵੀਂ ਪਾਤਸ਼ਾਹੀ ਮੀਰੀ ਪੀਰੀ, ਜਿਨ੍ਹਾਂ ਦੇ ਬੇਟੇ ਨੇ ਚਾਂਦਨੀ ਚੌਕ ਦੇ ਵਿੱਚ ਜਾ ਕੇ ਸਿਰ ਕਲਮ ਕੀਤਾ ਸੀ ਕਿ ਹਿਊਮੈਨਿਟੀ ਨੂੰ ਰੱਖਿਆ, ਹਿਊਮਨ ਰਾਈਟਸ ਦੀ ਰੱਖਿਆ ਦੀ ਗੱਲ ਕੀਤੀ ਸੀ ਔਰ ਕਸ਼ਮੀਰੀ ਪੰਡਤਾਂ ਦੀ ਰੱਖਿਆ ਦੀ ਗੱਲ ਕੀਤੀ ਸੀ, ਜਿਹਦੇ ਉੱਪਰ ਅੱਜ ਫਿਲਮਾਂ ਬਣ ਰਹੀਆਂ ਨੇ ਕਸ਼ਮੀਰ ਫਾਈਲਸ ਦੇ ਉੱਤੇ। ਉਹ ਤਾਂ 9ਵੇਂ ਪਾਤਸ਼ਾਹ ਉਦੋਂ ਆਪਣਾ ਸੀਸ ਦੇ ਕੇ ਗਏ ਨੇ ਤੇ ਉਹ ਮਤਲਬ ਉਹਦੇ ਵਾਰਸਾਂ ਦੇ ਉੱਪਰ ਭਾਰਤੀ ਫੌਜ ਨੇ ਹਮਲਾ ਕੀਤਾ। ਔਰ 6 ਜੂਨ ਤੱਕ ਅਸੀਂ ਉਹ ਦਿਨ ਹਰ ਸਾਲ ਯਾਦ ਕਰਦੇ ਹਾਂ, ਜਿਸ ਤਰੀਕੇ ਨਾਲ ਅਸੀਂ ਛੋਟੇ ਸਾਹਿਬਜ਼ਾਦਿਆਂ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ। ਉਹ ਗੱਲ ਭੁੱਲ, ਬਟ ਸਿਕਿਉਰਿਟੀ ਏਜੰਸੀਆਂ ਨੇ ਟਾਈਟ ਕਰਨੀ ਆ, ਇਨਫੋਰਮੇਸ਼ਨ ਏਜੰਸੀਆਂ ਨੇ ਦੇਣੀ ਆ। ਸੋ ਕਿਹਾ ਤਾਂ ਇਹੀ ਜਾ ਰਿਹਾ ਕਿ ਜਿਹੜੀ ਅਸੀਂ ਵਿਦਡਰਾ ਕੀਤੀ ਹੈ ਸਿਕਿਉਰਿਟੀ 400-500 ਬੰਦੇ ਤੋਂ, ਉਹ ਇਸ ਕਰਕੇ ਗਈ ਹੈ ਕਿ ਬੈਕਲੌਗ ਲਾਈਏ, ਸਿਕਿਉਰਿਟੀ ਪੂਰੀ ਕਰੀਏ। ਭਾਈ ਜਦੋਂ 10 ਕੰਪਨੀਆਂ ਮੰਗਾ ਲਈਆਂ, ਤੁਸੀਂ 2 ਹੋਰ ਮੰਗਾ ਲਓ। ਜ਼ਰੂਰੀ ਸੀਗਾ ਇਹ ਪਤੇ ਰਿਸਕ ਤੇ ਪਾਉਣਾ? ਇੱਕ ਕੰਪਨੀ ਹੋਰ ਮੰਗਾ ਲਓ। ਕੰਪਨੀ ਕੋਈ ਛੋਟੀ ਜਿਹੀ ਗੱਲ ਥੋੜੀ ਹੁੰਦੀ ਆ। ਸੋ ਉਹ ਗੱਲ ਆ ਵੀ ਤੁਸੀਂ ਕੈਸੀਆਂ ਗੱਲਾਂ ਕਰ ਰਹੇ ਹੋ। ਔਰ ਜੇ ਆਪਾਂ ਦੇਖੀਏ ਵੀ ਜਿਹੜੇ ਮੁੰਡੇ ਮਾਰ ਕੇ ਗਏ ਨੇ, ਇੱਕ ਬਲੈਰੋ ਗੱਡੀ ਆ, ਇੱਕ ਸ਼ਾਇਦ ਦੂਜੀ ਕਰੋਲਾ ਗੱਡੀ ਹੈਗੀ ਆ, ਹੋਰ ਵੀ ਗੱਡੀਆਂ ਕਹਿੰਦੇ ਨੇ ਵੀ ਉਹ ਤੋਂ ਦੇਹਰਾਦੂਨ ਤੋਂ ਵੀ ਫੜੇ ਨੇ। ਉਹ ਗੱਡੀਆਂ ਦੇ ਵਿੱਚ ਹਥਿਆਰ ਨੇ ਔਰ ਉਹ ਨਾਕਿਆਂ ਚੋਂ ਕ੍ਰਾਸ ਹੋ ਕੇ ਆਈਆਂ ਨੇ। ਤੇ ਮੈਂ ਤਾਂ ਨਹੀਂ ਮੰਨਦਾ ਵੀ ਪੁਲਿਸ ਨੂੰ ਪਤਾ ਨਹੀਂ ਹੈਗਾ ਤੇ ਇਹ ਕੰਮ ਹੋ ਜੇ। ਯਾਦ ਕਰੋ ਸੰਜੇ ਦੱਤ ਦੇ ਉੱਪਰ ਕੇਸ ਚੱਲਿਆ ਸੀ, ਇਹੀ ਕੇਸ ਵੀ ਉਹਦੇ ਘਰ ਦੇ ਵਿੱਚ ਹਥਿਆਰ ਪਏ ਰਹੇ ਨੇ ਤੇ ਜੋ ਕਿ ਬੰਬੇ ਵਿੱਚ ਡੀਪ ਦੇ ਵਿੱਚ ਪਹੁੰਚੇ ਸੀ, ਕਿੰਨੇ ਹੀ ਬੈਰੀਕੇਡ ਕ੍ਰਾਸ ਕਰਕੇ। ਸੋ ਉਹਦੇ ਵਿੱਚ ਵੀ ਕਈ ਪੁਲਿਸ ਅਫਸਰ ਆਏ ਸੀ ਜਦ ਵਿੱਚ। ਤੇ ਇੱਥੇ ਵੀ ਮਾਨਸਾ ਪੁਲਿਸ ਨੂੰ ਅਸੀਂ ਕਿਵੇਂ ਫ੍ਰੀ ਕਰ ਦਈਏ? ਇਹਦਾ ਮਤਲਬ ਮਾਨਸਾ ਪੁਲਿਸ ਦਾ ਕਿਤੇ ਨਾ ਕਿਤੇ ਇਸ ਕਤਲ ਦੇ ਵਿੱਚ ਪੂਰੇ ਦਾ ਪੂਰਾ ਹੱਥ ਹੈ। ਉਹਨਾਂ ਨੇ ਕਿਤੇ ਨਾ ਕਿਤੇ ਮੌਕਾ ਦਿੱਤਾ। ਤੁਸੀਂ ਯਾਦ ਕਰੋ ਗੌਂਡਰ ਜਦੋਂ ਜੇਲ੍ਹ ਤੋੜ ਕੇ ਭੱਜਦਾ ਹੈਗਾ, ਥੂਹੀ ਵੱਲ ਨੂੰ ਭੱਜਦੇ ਨੇ, ਫਾਟਕ ਬੰਦਾ, ਵਾਪਸ ਆਉਂਦੇ ਨੇ, ਫਿਰ ਇੱਧਰੋਂ ਜਾਂਦੇ ਨੇ ਪਟਿਆਲੇ ਵੀ ਦੀ ਲੰਘ ਕੇ। ਆਪਾਂ ਕੀ ਕੁਝ ਸੁਣਿਆ ਹੈਗਾ? ਹਾਲਾਤ ਕਿਸ ਤਰ੍ਹਾਂ ਬਦਲਦੇ। ਸੋ ਇਹ ਪੁਲਿਸ ਦੀ ਏਜੰਸੀਆਂ ਜਿਹੜੇ ਵਿੱਚ ਪੁਲਿਸ ਦੇ ਸਰਗਣਾ ਜਿਹੜੇ ਗੈਂਗਸਟਰਸ ਦੇ ਨਾਲ ਕੰਮ ਕਰਦੇ ਨੇ, ਕਿਉਂਕਿ ਇਹ ਉਹੀ ਗੈਂਗਸਟਰਸ ਨੇ ਜੋ ਨਸ਼ਿਆਂ ਦਾ ਸੌਦਾਗਰ ਨੇ, ਮਾਫੀਆ ਚਲਾ ਰਹੇ ਨੇ, ਪੁਲਿਸ ਵਾਲੇ ਵੀ ਉਹਨਾਂ ਦੇ ਨਾਲ ਹੀ ਨੇ। ਸੋ ਕੱਲਾ ਐਸਐਸਪੀ ਤਾਂ ਨਹੀਂ ਬੈਠਾ ਉੱਥੇ, ਹੋਰ ਸੈਂਕੜਾ ਮੁਲਾਜ਼ਮ ਨੇ ਜਿਹੜੇ ਇਨਫੋਰਮੇਸ਼ਨ ਦੇ ਰਹੇ ਨੇ, ਜਿਹੜੇ ਰਾਹਦਾਰੀ ਦੱਸ ਰਹੇ ਨੇ। ਸੋ ਵਿੱਚ ਲੂਪ ਲੂਜ਼ ਹੈਗੇ ਨੇ, ਲੂਪ ਹੋਲਸ ਹੈਗੇ ਨੇ, ਲੀਕੇਜ ਹੈਗੀ ਆ, ਮੋਰੀਆਂ ਹੈਗੀਆਂ ਨੇ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡੀਆਂ, ਜਿਸ ਨੂੰ ਕਿ ਨਿਸ਼ਾਨਦੇਹੀ ਕਰਨ ਦੀ ਲੋੜ ਹੈਗੀ ਆ।
ਸਮਨ ਸਾਹਿਬ ਇੱਕ ਵੱਡਾ ਸਵਾਲ ਇਹ ਵੀ ਆ ਕਿ ਇਹਦੇ ਕਨੈਕਸ਼ਨ ਜਿਹੜੇ ਨੇ ਕੈਨੇਡਾ ਤੱਕ ਜੋੜੇ ਜਾਂਦੇ ਨੇ। ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਬਾਹਰਲੇ ਮੁਲਕਾਂ 'ਚ ਕਨੈਕਸ਼ਨ ਜੁੜ ਜਾਂਦੇ ਨੇ। ਜਿਵੇਂ ਨੰਗਲ ਅੰਬੀਆਂ ਦਾ ਜਦੋਂ ਦੇਹਾਂਤ ਦਾ ਕਤਲ ਕੀਤਾ ਗਿਆ ਉਦੋਂ ਵੀ ਬਾਹਰ ਕਨੈਕਸ਼ਨ ਜੁੜੇ। ਇਹ ਜਿਹੜੇ ਗੈਂਗਸਟਰ ਹੁੰਦੇ ਨੇ ਇਹ ਬਾਹਰ ਕਿਵੇਂ ਭੱਜ ਜਾਂਦੇ ਨੇ? ਇੱਥੋਂ ਦਾ ਰਿਕਾਰਡ ਉਹਨਾਂ ਦਾ ਇਹੋ ਜਿਹਾ ਹੁੰਦਾ, ਇੱਥੇ ਗੈਂਗਵਾਰਾ ਕਰਦੇ ਨੇ ਤਾਂ ਉਹਨਾਂ ਨੂੰ ਰਾਹਦਾਰੀ ਕਿਸ ਤਰ੍ਹਾਂ ਮਿਲਦੀ ਹੈ? ਦੂਜੀ ਗੱਲ ਇਹ ਕਿ ਉਹਨਾਂ ਦੀ ਜਿਹੜੀ ਆ ਪੁਲਿਸ ਜਿਹੜੀ ਆ ਉਹਨਾਂ ਤੱਕ ਪਹੁੰਚ ਕਿਉਂ ਨਹੀਂ ਸਕਦੀ? ਕਿਉਂ ਨਹੀਂ ਏਜੰਸੀਆਂ ਉਹਨਾਂ ਤੱਕ ਪਹੁੰਚ ਸਕਦੀਆਂ? ਕਾਰਨ ਕੀ ਹੈ ਕਿ ਉਹ ਖੁੱਲੇਆਮ ਬਾਹਰਲੇ ਮੁਲਕਾਂ ਦੇ ਵਿੱਚ ਘੁੰਮਦੇ ਫਿਰਦੇ ਨੇ ਤੇ ਇੱਥੇ ਸਾਡੇ ਵਾਰਦਾਤਾਂ ਹੋ ਜਾਂਦੀਆਂ? ਦੇਖੋ, ਗੈਂਗਸਟਰਸ ਦੇ ਉੱਪਰ ਆਪਣੇ YouTube ਦੇ ਉੱਪਰ ਇੱਕ ਚੈਨਲ ਚੱਲਦਾ ਰਿਤੇਸ਼ ਲੱਖੀ ਅਨਪਲੱਗਡ। ਉਹਦੇ ਵਿੱਚ ਉਸ ਬੰਦੇ ਨੇ ਇੰਨੀ ਰਿਸਰਚ ਕਰਕੇ ਦੱਸਿਆ ਹੋਇਆ ਗੈਂਗਸਟਰ ਕਿਵੇਂ ਕੰਮ ਕਰਦੇ ਨੇ, ਪੁਲਿਸ ਦੀ ਹੈਲਪ ਲੈ ਕੇ ਕਿਵੇਂ। ਰਿੰਦੇ ਸੰਧੂ ਦੀ ਗੱਲ ਦੱਸੀ ਉਹਨਾਂ ਨੇ ਕਿ ਕਿਵੇਂ ਉਹ ਪੁਲਿਸ ਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਬਾਬਾ ਹੈਗਾ ਜਾਂ ਦੂਜੇ ਬੰਬੀਆ ਗਰੁੱਪ ਨੇ ਇਹ ਅਸਲ ਵਿੱਚ ਖੁਦ ਨਹੀਂ ਹੈਗੇ, ਇਹ ਤਾਂ ਫਰੰਟ ਫੇਸ ਸੀ, ਪਿੱਛੇ ਤਾਂ ਇਹਨਾਂ ਨੂੰ ਕੋਈ ਹੋਰ ਆਪਰੇਟ ਕਰ ਰਿਹਾ ਸੀ। ਔਰ ਜਦੋਂ ਪਾਕਿਸਤਾਨ ਪਹੁੰਚ ਗਿਆ ਹੁਣ ਉਹ ਇਸ ਲੈਵਲ ਤੇ ਪਹੁੰਚਿਆ ਹੋਇਆ ਕਿ ਉਹ ਆਪਣੇ ਦਾਊਦ ਇਬਰਾਹਿਮ ਦੀ ਕੁਰਸੀ ਤੱਕ ਹਲਾਈ ਪਈ ਆ ਉਹਨੇ। ਆਪਣਾ ਇਹ ਚੀਜ਼ਾਂ ਨੇ। ਬੁੱਧ ਸਿੰਘ ਵਾਲਾ ਦੇ ਉਹਦੇ ਕੰਟੈਕਟ ਵਿੱਚ ਹੈਗਾ ਕਿਸੇ ਵੱਡੇ ਪੁਰਾਣੇ ਖਾੜਕੂ ਸਿੰਘ ਦੇ। ਸੋ ਗੱਲਾਂ ਉਹ ਨੇ ਕਿ ਏਜੰਸੀਆਂ ਨੂੰ ਪਤਾ ਸਭ ਹੁੰਦਾ, ਏਜੰਸੀਆਂ ਹੀ ਇਹ ਕੰਮ ਕਰਦੀਆਂ ਨੇ। ਮੈਨੂੰ ਦੱਸੋ, ਜਦੋਂ ਬੰਬੇ ਤੋਂ ਦਾਊਦ ਇਬਰਾਹਿਮ ਨਿਕਲਦਾ ਹੈਗਾ ਉਹ ਕਿਵੇਂ ਨਿਕਲ ਗਿਆ? ਕੀ ਪੁਲਿਸ ਵਾਲਿਆਂ ਦੀ ਮਦਦ ਤੋਂ ਬਿਨਾਂ ਨਿਕਲ ਗਿਆ? ਉਹ ਬਿਲਕੁਲ ਵਿੱਚ ਏਜੰਸੀਆਂ ਵਾਲੀ ਮਦਦ ਕਰਦੇ ਨੇ, ਪੋਲੀਟੀਸ਼ੀਅਨ ਦੀ ਮਦਦ ਕਰਦੇ ਨੇ। ਕਿੰਨੀਆਂ ਐਗਜ਼ਾਮਪਲ ਨੇ ਜਦੋਂ ਖਾੜਕੂ ਆਪਣੇ ਵਾਰਦਾਤਾਂ ਕਰਕੇ ਜਾ ਕੇ ਪੋਲੀਟੀਸ਼ੀਅਨ ਦੇ ਘਰੇ ਹਫਤਾ ਲੋਕ ਰਹਿੰਦੇ ਸੀ। ਕਿੰਨੀਆਂ ਐਗਜ਼ਾਮਪਲਸ ਨੇ ਇਹ ਜਿਹੀਆਂ। ਤੁਸੀਂ ਯਾਦ ਕਰੋ, ਪੁਰਾਣੇ ਦਿਨ ਯਾਦ ਕਰਾ ਰਹੇ ਨੇ। ਗਰਗ ਸਾਹਿਬ ਸਹੀ ਕਹਿੰਦੇ ਨੇ ਕਿ 83 ਦਾ ਸਮਾਂ ਯਾਦ ਆ ਰਿਹਾ ਔਰ 84 ਤੋਂ ਬਾਅਦ ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਆ ਉਹਨੂੰ ਤੋੜਨ ਦੇ ਲਈ ਕਿਸ ਤਰੀਕੇ ਦੀਆਂ ਕੋਸ਼ਿਸ਼ਾਂ ਹੋਈਆਂ ਸੀ ਕਾਂਗਰਸ ਵੱਲੋਂ, ਉਹ ਵੀ ਸਮਾਂ ਯਾਦ ਕਰੋ। ਸੋ ਕਿਤੇ ਨਾ ਕਿਤੇ ਇਹ ਭਗਵੰਤ ਮਾਨ ਦੀ ਸਰਕਾਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ। ਇਸ ਚੀਜ਼ ਨੂੰ ਵੀ ਦਰਕਿਨਾਰ ਨਾ ਕਰਿਓ ਕਿ ਸਿਰਫ ਉਹ ਗੈਂਗਵਾਰ ਚੱਲ ਰਹੀ ਆ। ਗੈਂਗਵਾਰ ਦਾ ਸਹਾਰਾ ਲੈ ਕੇ ਸਿੱਧੂ ਮੂਸੇਵਾਲਾ ਵਰਗੇ ਇੱਕ ਮਤਲਬ ਨੌਜਵਾਨ ਦੀ ਜਾਨ ਲੈ ਕੇ ਇਹ ਸ਼ਾਇਦ ਉਹ ਸੀਨ ਕ੍ਰੀਏਟ ਕਰਨ ਦੀ ਵੱਡੀ ਕੋਸ਼ਿਸ਼ ਹੋ ਰਹੀ ਆ ਉਸ ਵੱਡੇ ਕੈਨਵਸ ਦੇ ਉੱਪਰ ਕਿ ਪੰਜਾਬ ਸਰਕਾਰ ਤੋਂ ਇਹ ਸਟੇਟ ਨਹੀਂ ਚੱਲ ਰਹੀ, ਇਹਨੂੰ ਤੋੜ ਦਿਓ, ਇਹਨੂੰ ਸਿੱਟ ਦਿਓ। ਉਹ ਪੰਜਾਬ ਸਰਕਾਰ ਨੂੰ ਟਾਰਗੇਟ ਕਰ ਰਹੇ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਾਰਗੇਟ ਕਰ ਰਹੇ ਨੇ? ਇਹ ਦੋ ਅੱਡੋ-ਅੱਡ ਕੁਐਸਚਨ ਨੇ। ਇਹਦੇ ਸਵਾਲ ਭਵਿੱਖ ਵਿੱਚ ਪਏ ਨੇ, ਸਾਨੂੰ ਮਿਲ ਜਾਣਗੇ ਕਿਉਂਕਿ ਪਤਾ ਲੱਗ ਜਾਊਗਾ ਕਿ ਭਗਵੰਤ ਮਾਨ ਨੂੰ ਜੇਕਰ ਟਾਰਗੇਟ ਕਰ ਰਹੇ ਨੇ ਫਿਰ ਉਹ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਹੀ ਕੰਮ ਹੋ ਰਿਹਾ। ਜੇ ਆਪ ਸਰਕਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਫਿਰ ਉਹ ਵਿਰੋਧੀ ਧਿਰ ਕਰ ਰਹੇ ਨੇ, ਅਕਾਲੀ ਦਲ ਆ, ਕਾਂਗਰਸ ਆ, ਬੀਜੇਪੀ ਆ। ਕਿਉਂਕਿ ਅੱਜ ਵੀ ਜੇ 92 ਐਮਐਲਏ ਉਹਦੇ ਵਿੱਚ ਆਮ ਆਦਮੀ ਪਾਰਟੀ 'ਚ ਬੈਠੇ ਨੇ ਤਾਂ ਉਹਨਾਂ ਵਿੱਚ ਉੱਤੇ ਤਾਂ ਉਧਰੋਂ ਹੀ ਨੇ ਜਿਹੜੇ ਅਕਾਲੀ ਦਲ ਤੋਂ ਤੇ ਕਾਂਗਰਸ 'ਚੋਂ ਆਏ ਨੇ। ਕੀ ਉਹ ਆਪਣੇ ਪੁਰਾਣੇ ਆਕਾਵਾਂ ਤੋਂ ਹੁਕਮ ਅੱਜ ਨਹੀਂ ਲੈ ਰਹੇ ਹੋਣੇ? ਬਿਲਕੁਲ ਲੈ ਰਹੇ ਹੋਣਗੇ। ਕੀ ਉਹਨਾਂ ਨਾਲ ਉਹਨਾਂ ਦਾ ਕੋਈ ਲਿੰਕ ਨਹੀਂ ਹੋਏਗਾ? ਬਿਲਕੁਲ ਹੋਏਗਾ। ਸੋ ਇਹ ਕੋਈ ਇੰਨਾ ਸੌਖਾ ਰਾਹ ਨਹੀਂ ਹੈਗਾ ਭਗਵੰਤ ਮਾਨ ਜੀ ਕਿ ਤੁਸੀਂ ਮੁੱਖ ਮੰਤਰੀ ਬਣ ਗਏ, ਤੁਸੀਂ 4 ਆਰਡਰ ਦੇਤੇ ਤੇ ਪੁਲਿਸ ਵਾਲੇ ਤੁਹਾਡੀ ਗੱਲ ਮੰਨਣ ਲੱਗ ਜਾਣਗੇ, ਆਈਐਸ ਅਫਸਰ ਤੁਹਾਡੀ ਗੱਲ ਮੰਨਣ ਲੱਗ ਜਾਣਗੇ। ਇਹ ਬਹੁਤ ਫੂਕ ਕੇ ਪੈਰ ਰੱਖਣ ਦੀ ਲੋੜ ਹੈਗੀ ਆ। ਇੰਨੀ ਕਾਹਲੀ ਕਰੋਗੇ ਤਾਂ ਤੁਹਾਡੇ ਪੈਰ ਅੰਗਾਰਿਆਂ ਤੇ ਹੀ ਆਉਣਗੇ ਔਰ ਇਸ ਦਾ ਸੇਕ ਤੁਹਾਨੂੰ ਨਹੀਂ ਪੂਰੇ ਪੰਜਾਬੀ ਸਮਾਜ ਨੂੰ ਸੇਕਣਾ ਪਏਗਾ। ਔਰ ਐਡਾ ਨੁਕਸਾਨ ਅਸੀਂ ਹੋਰ ਨਹੀਂ ਬਰਦਾਸ਼ਤ ਕਰ ਸਕਦੇ ਕਿਉਂਕਿ ਜੇ ਸਰਕਾਰ ਨੂੰ ਜੱਦ ਵਿੱਚ ਲੈ ਕੇ ਆਇਆ ਜਾ ਰਿਹਾ, ਕਾਰਨਰ ਕੀਤਾ ਜਾ ਰਿਹਾ ਔਰ ਉਹ ਵੀ ਸੰਗਰੂਰ ਲੋਕ ਸਭਾ ਸੀਟ ਦੀ ਜਿਮਨੀ ਚੋਣ ਵੇਲੇ, ਤਾਂ ਇਹੋ ਜਿਹੀਆਂ ਵਾਰਦਾਤਾਂ ਹੋਰ ਹੋ ਜਾਣ ਦੇ ਵੀ ਅਸ਼ੰਕੇ ਜ਼ਾਹਰ ਕੀਤੇ ਜਾ ਸਕਦੇ ਨੇ, ਜਿਸ ਦਾ ਕਿ ਪੂਰਾ ਡਰ ਹੈਗਾ ਕਿ ਇਹ ਚੀਜ਼ਾਂ ਹੋਰ ਨਾ ਹੋ ਜਾਣ। ਇਹ ਬੜਾ ਇੰਪੋਰਟੈਂਟ ਹੋ ਜਾਂਦਾ ਸੁਖਵਿੰਦਰ। ਸਰਕਾਰ ਸਖਤੇ ਵਿੱਚ ਆ, ਜ਼ਿਮਨੀ ਚੋਣ ਮੂਹਰੇ ਖੜੀ ਆ ਔਰ ਆਪੋਜੀਸ਼ਨ ਨੂੰ ਕੋਈ ਜਗ੍ਹਾ ਨਹੀਂ ਮਿਲ ਰਹੀ ਗੱਲ ਕਰਨ ਦੀ ਔਰ ਉੱਪਰ ਕੇਂਦਰ ਵਿੱਚ ਲਾਈ ਬੈਠੇ ਨੇ ਕਿ ਕਦੋਂ ਸਰਕਾਰ ਟੁੱਟੇ, ਆਪਣਾ ਰਾਸ਼ਟਰਪਤੀ ਰਾਜ ਲੱਗੇ, ਨਵੀਂ ਸਰਕਾਰ ਬਣਾਈਏ। ਜਿਸ ਤਰੀਕੇ ਨਾਲ ਕਨਵਰਜਨ ਆਫ ਕਾਂਗਰਸ ਟੂ ਬੀਜੇਪੀ, ਅਕਾਲੀ ਦਲ ਟੂ ਬੀਜੇਪੀ ਹੋ ਰਹੀ ਆ। ਸੋ ਹਾਲਾਤ ਸਾਰੇ ਸੁਖਾਵੇਂ ਨਹੀਂ। ਉੱਪਰੋਂ ਘੱਲੂ ਘਾਰੇ ਦੇ ਦਿਨ ਤੇ ਉੱਪਰੋਂ ਉਹ ਬੰਦਾ 2 ਪੈਸੇ ਦਾ ਬੰਦਾ ਨਹੀਂ ਹੈਗਾ ਅਮਰੀਕਾ ਵਾਲਾ ਕੀ ਨਾ ਪੰਨੂ, ਉਹ ਚੱਕ ਕੇ ਮੂੰਹ ਰੋਜ਼ ਖੜਾ ਹੋ ਜਾਂਦਾ। ਉਹ ਸਾਡੇ ਮੀਡੀਆ ਨੇ ਖੜਾ ਕੀਤਾ ਹੋਇਆ। ਸੋ ਜਿਹੜਾ ਗੋਦੀ ਮੀਡੀਆ ਇਹਦਾ ਵੀ ਕੋਈ ਘੱਟ ਰੋਲ ਅਦਾ ਨਹੀਂ ਕੀਤਾ ਹੋਇਆ। ਇਸ ਅੱਗ ਦੇ ਉੱਪਰ ਹੋਰ ਤੇਲ ਪਾ ਰਹੀ ਹੈ ਤੇ ਭਰਪੜ ਪੜ ਰਿਹਾ। ਉਹਦਾ ਵੱਡਾ ਕਾਰਨ ਇਹ ਮੀਡੀਆ ਹੈਗਾ। ਇਹ ਜਿੰਨੇ ਪੰਜਾਬੀ ਚੈਨਲ ਚੱਲ ਰਹੇ ਨੇ, ਹਿੰਦੀ ਚੈਨਲ ਚੱਲ ਰਹੇ ਨੇ, ਇਹ ਵੀ ਉਹਦਾ ਵੱਡਾ ਕਾਰਨ। ਸਭ ਮੇਰਾ ਆਖਰੀ ਸਵਾਲ ਆ ਕਿ ਬਾਲੀਵੁੱਡ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਆਪਾਂ ਸੁਣਦੇ ਰਹੇ ਕਿ ਗੈਂਗਸਟਰਵਾਦ ਆ, ਉੱਥੇ ਪੈਸਾ ਲੱਗਦਾ। ਤੁਹਾਨੂੰ ਪਤਾ ਹੀ ਆ ਦਾਊਦ ਇਬਰਾਹਿਮ ਦੀਆਂ ਗੱਲਾਂ ਜਾਂ ਹੋਰ ਹੁਣ ਅੱਜ ਕੱਲ ਵੀ ਚੱਲਦਾ ਹੋਣਾ। ਤੇ ਇੱਧਰ ਪੰਜਾਬ ਦੀ ਬਾਲੀਵੁੱਡ ਇੰਡਸਟਰੀ ਇਹਦੇ ਵਿੱਚ ਸਿੱਧੂ ਮੂਸੇਵਾਲਾ ਜਾਂ ਹੋਰ ਪਹਿਲਾਂ ਵੀ ਕਈਆਂ ਨੂੰ ਧਮਕੀਆਂ ਮਿਲਦੀਆਂ ਰਹੀਆਂ, ਕਈਆਂ ਨੂੰ ਅੱਜ ਵੀ ਮਿਲਦੀਆਂ ਨੇ।
ਚੀਮੇ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਹੁਣ ਅੰਮ੍ਰਿਤਸਰੋਂ, ਤਾਂ ਉਹ ਮਤਲਬ ਕਿ ਹਿਰਾਸਤ 'ਚ ਲਿਆ ਗਿਆ, ਪੁੱਛਗਿੱਛ ਜੀ ਕੀਤੀ ਗਈ ਕੋਈ, ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਏਦਾਂ ਲੱਗਦਾ ਕਿ ਪੰਜਾਬੀ ਇੰਡਸਟਰੀ ਦਾ ਵਰਿੰਦਰ ਵਾਲਾ ਜਿਹੜਾ ਮੋੜ ਆ ਗਿਆ, ਉਦੋਂ ਵੀ ਏਦਾਂ ਹੋਇਆ ਸੀਗਾ, ਉਸ ਤੋਂ ਬਾਅਦ ਹਾਲਾਤ ਬਦਲ ਗਏ। ਇਸ ਕਰਕੇ ਸਾਡੇ ਗਾਇਕਾਂ ਨੂੰ, ਗੀਤਕਾਰਾਂ ਨੂੰ, ਕਲਾਕਾਰਾਂ ਨੂੰ, ਇਹਨਾਂ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਹੈ। ਲੋਕਾਂ ਨੂੰ ਵੀ ਸਮਝਣੀ ਪੈਣੀ ਆ, ਜਿਹੜੇ ਕਹਿੰਦੇ ਕਿ YouTube ਤੇ ਆ ਜਾਂਦਾ ਸਾਰਾ ਕੁਝ ਸੁਣ ਲਈਦਾ ਆ, ਪਰ ਉਹਨਾਂ ਨੂੰ ਵੀ ਸਮਝਣਾ ਪੈਣਾ ਕਿ ਸਾਨੂੰ ਕੀ ਚਾਹੀਦਾ, ਸਾਡੇ ਸਮਾਜ ਨੂੰ, ਸਾਡੇ ਬੱਚਿਆਂ ਨੂੰ ਕੀ ਚਾਹੀਦਾ। ਚੀਮਾ ਸਾਹਿਬ ਨੇ ਇੱਕ ਹੋਰ ਗੱਲ ਬੜੀ ਗੁੱਸੇ ਜਾ ਕੇ ਕਹੀ ਸੀ ਕਿ ਜੇ ਸਾਨੂੰ ਐ ਕਰੋਗੇ ਤਾਂ ਅਸੀਂ ਤੁਹਾਡੇ ਸ਼ਹਿਰਾਂ ਵਿੱਚ ਜਾ ਕੇ ਸ਼ੂਟਿੰਗ ਹੀ ਨਹੀਂ ਕਰਨੀ ਹੈਗੀ। ਹੁਣ ਪੁੱਛੋ ਕੌਣ ਬੁਲਾ ਰਿਹਾ ਤੁਹਾਨੂੰ? ਇੱਥੇ ਕੋਈ ਰੈੱਡ ਕਾਰਪੇਟ ਇਨਵੀਟੇਸ਼ਨ ਦਿੱਤਾ ਹੋਇਆ ਵੀ ਸਾਡੇ ਘਰੇ ਆ ਕੇ, ਸਾਡੇ ਸ਼ਹਿਰ ਜਾ ਕੇ ਸ਼ੂਟਿੰਗ ਕਰੋ? ਸ਼ੂਟਿੰਗ ਤਾਂ ਤੁਹਾਡੀ ਪੰਜਾਬੀ ਫਿਲਮਾਂ ਦੀ ਇਸ ਵੇਲੇ ਸਭ ਤੋਂ ਜ਼ਿਆਦਾ ਹਰਿਆਣੇ ਵਿੱਚ ਹੋ ਰਹੀ ਆ, ਜਿੱਥੇ 30% ਸਬਸਿਡੀ ਦਿੰਦੀ ਹੈ ਗਵਰਨਮੈਂਟ ਆਫ ਹਰਿਆਣਾ। ਸ਼ੂਟਿੰਗ ਤਾਂ ਸਭ ਤੋਂ ਜ਼ਿਆਦਾ ਇੰਗਲੈਂਡ ਵਿੱਚ ਹੋ ਰਹੀ ਆ, ਜਿੱਥੇ 30% ਸਬਸਿਡੀ ਮਿਲਦੀ ਆ। UK, ਆਪਣੀ ਕੈਨੇਡਾ ਗਵਰਨਮੈਂਟ, ਅਮਰੀਕਾ ਗਵਰਨਮੈਂਟ। ਪੰਜਾਬ ਦੇ ਵਿੱਚ ਤਾਂ ਇੱਕਾ ਦੁੱਕਾ ਸ਼ੂਟਿੰਗਾਂ ਹੋ ਰਹੀਆਂ ਨੇ, ਜਾਂ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਵੀ ਇਹ ਚੀਜ਼ਾਂ ਮਿਲ ਸਕਦੀਆਂ ਨੇ, ਵੱਧ ਬਿੱਲ ਬਣਾ ਕੇ ਇੱਥੇ ਫਿਲਮ ਦਾ ਬਜਟ ਹੋਊਗਾ 5 ਕਰੋੜ, ਉੱਥੇ ਸੈਟਿੰਗ ਕਰਦੇ ਨੇ ਇਹ ਇੰਗਲੈਂਡ ਵਾਲਿਆਂ ਨਾਲ ਵੀ ਜੀ ਅਸੀਂ ਕਰਨੀ ਆ 70%, ਉਹ ਫਿਲਮ ਦਾ ਬਜਟ ਦਿਖਾ ਦੇਣਗੇ 50 ਕਰੋੜ, ਤੇ 50 ਕਰੋੜ ਦਾ 30% ਬਣੂਗਾ 15 ਕਰੋੜ, ਤੇ 15 ਕਰੋੜ ਜੱਬ 'ਚ ਪਏ ਜੇਬ ਤੇ, ਤੁਸੀਂ ਪਹਿਲਾਂ ਪੈਸੇ ਪੂਰੇ ਕਰ ਲਏ। ਇਹ ਕੁਝ ਤਾਂ ਹੋ ਰਿਹਾ ਹੈਗਾ। ਮਤਲਬ ਹਾਲਾਤ ਕੀ ਨੇ? ਚੋਰ ਬਾਜ਼ਾਰੀ ਹਰ ਪਾਸੇ ਜ਼ੋਰਾਂ ਤੇ ਆ, ਚਰਮ ਤੇ ਹੈਗੀ ਆ। ਤੇ ਜਦੋਂ ਕੋਈ ਬੰਦਾ, ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਕਿ ਸਾਡਾ ਸਮਾਜ ਚਿੱਕੜ ਵਿੱਚ ਡੁੱਬਿਆ ਹੋਇਆ, ਤੇ ਜੇ ਕੋਈ ਭਗਵੰਤ ਮਾਨ ਵਰਗਾ ਕੱਲਾ ਤੁਰੂਗਾ ਨਾ ਵੀ ਮੈਂ ਕਰਨਾ ਹੈਗਾ, ਤਾਂ ਇੱਕ ਕਾਲੇ ਬੂਬਨੇ ਦੇ ਉੱਪਰ ਜੇ ਚਿੱਟਾ ਤਿਲਕ ਨਹੀਂ ਲਾ ਦਿੱਤਾ ਹੁੰਦਾ, ਆਪਾਂ ਇੱਕ ਸਟੈਚੂ ਨਹੀਂ ਖੜੇ ਹੁੰਦੇ ਜਿਹੜੀਆਂ ਦੁਕਾਨਾਂ ਦੇ ਬਾਹਰ ਕਾਲੇ ਜਿਹੇ ਰੰਗ ਦੇ, ਉੱਤੇ ਚਿੱਟਾ ਤਿਲਕ ਲਾ ਦਿਓ, ਐ ਲੱਗੂਗਾ ਕਿ ਇਹ ਇਕੱਲਾ ਹੀ ਅਲੱਗ ਤੋਂ ਹੈਗਾ। ਸੋ ਉਹ ਕੰਮ ਕਰਨਾ ਚਾਹੁੰਦਾ, ਪਰ ਇਹ ਇਮਾਨਦਾਰਾਂ ਦਾ ਕੰਮ ਨਹੀਂ। ਪੋਲਿਟਿਕਸ ਬਹੁਤ ਸ਼ਾਤਰ ਦਿਮਾਗ, ਬਹੁਤ ਤੇਜ਼ ਪ੍ਰਤਾਪ ਸਿੰਘ ਕੈਰੋਂ ਚਾਹੀਦਾ, ਜੋ ਇਹਨਾਂ ਚੀਜ਼ਾਂ ਨੂੰ ਹੈਂਡਲ ਵੀ ਕਰ ਸਕੇ ਔਰ ਪੰਜਾਬ ਨੂੰ ਬਣਾ ਵੀ ਦੇਵੇ। ਪ੍ਰਕਾਸ਼ ਸਿੰਘ ਬਾਦਲ ਬਹੁਤ ਸ਼ਾਤਰ ਪੋਲੀਟੀਸ਼ੀਅਨ ਸੀ, ਪਰ ਪੰਜਾਬ ਦਾ ਫਾਇਦਾ ਨਹੀਂ ਕਰ ਸਕੇ। ਹਾਲਾਂਕਿ ਉਹਨਾਂ ਨੂੰ ਪਤਾ ਸੀ ਕਿਵੇਂ ਪੰਜਾਬ ਨੂੰ ਚਲਾਉਣਾ। ਬੇਅੰਤ ਸਿੰਘ ਵੀ ਸੀਗੇ। ਕੈਪਟਨ ਅਮਰਿੰਦਰ ਸਿੰਘ ਪਹਿਲੀ ਦੇ ਵਿੱਚ ਬਹੁਤ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਬਹੁਤ ਕਮਾਲ ਸੀ, ਪਰ ਪਿਛਲੀ ਪਾਰੀ ਵਿੱਚ ਤਾਂ ਦੁਰ ਫਟੇ ਮੂੰਹ ਕੀ ਕਰ ਗਿਆ, ਮਤਲਬ ਸੋਚ ਵੀ ਨਹੀਂ ਸਕਦੇ। ਸੋ ਇਹ ਹਾਲਾਤ ਨੇ ਕਿ ਪੋਲਿਟਿਕਸ ਇਜ਼ ਨਾਟ ਅ ਗੇਮ ਆਫ ਚਿਲਡਰਨ। ਇਹਦੇ ਲਈ ਬਹੁਤ ਵਾਈਜ਼ ਹੋਣਾ ਪੈਂਦਾ। ਤੁਸੀਂ ਇਹ ਜਿਵੇਂ ਸ਼ਤਰੰਜ ਖੇਡਦੇ ਹੁੰਦੇ ਆ ਨਾ, ਕਿ ਜੇ ਮੈਂ ਊਂਠ ਨੂੰ ਤਿਰਛਾ 4 ਘਰ ਚਲਾਉਣਾ, ਤਾਂ ਜਿੱਥੇ ਊਂਠ ਨੇ ਬੈਠਣਾ ਉਹਨੂੰ ਚਾਰੇ ਪਾਸੇ ਤੋਂ ਦੇਖਿਆ ਜਾਂਦਾ ਕਿ ਊਂਠ ਨੂੰ ਕੋਈ ਖਤਰਾ ਤਾਂ ਨਹੀਂ ਹੈਗਾ, ਕਿਤੇ ਇੱਧਰ ਖੜਾ ਘੋੜਾ ਤਾਂ ਨਹੀਂ 2.5 ਘਰ ਮਾਰ ਦੂ, ਕਿਤੇ ਇੱਧਰ ਚਿੱਟੇ ਹਾਥੀ ਦੇ ਹੱਥ 'ਚ ਤਾਂ ਨਹੀਂ ਆ ਜਾਊਗਾ, ਕਿਤੇ ਪਿਆਦਾ ਤਾਂ ਨਹੀਂ ਡੇਢ ਮਾਰ ਜਾਊਗਾ, ਤੇ ਮਤਲਬ ਉਹ ਰਾਣੀ ਦੇ ਗੇਟ 'ਚ ਤਾਂ ਨਹੀਂ ਆ ਜਾਊਗਾ। ਸਿਆਸਤ ਬਹੁਤ ਮਤਲਬ ਉਹ ਮੰਗਦੀ ਹੈਗੀ ਆ, ਤੁਹਾਨੂੰ ਬਹੁਤ ਜ਼ਿਆਦਾ ਸੋਚਣਾ ਪੈਂਦਾ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਬਹੁਤ ਜ਼ਿਆਦਾ ਸੋਚਣਾ ਪਊਗਾ, ਪਰ ਸਭ ਤੋਂ ਮੁਸ਼ਕਿਲ ਗੱਲ ਇਹ ਹੁੰਦੀ ਹੈ ਕਿ ਤੁਹਾਡੇ ਕੋਲੇ ਬਹੁਤ ਜ਼ਿਆਦਾ ਸੋਚਣ ਦੇ ਲਈ ਬਹੁਤ ਜ਼ਿਆਦਾ ਵਕਤ ਨਹੀਂ ਹੁੰਦਾ। ਸੋ ਉਹਦੇ ਵਿੱਚ ਉਹੀ ਤੁਹਾਡੇ ਤਜਰਬੇ ਕੰਮ ਆਉਂਦੇ ਨੇ। ਸੋ ਸਾਡੇ ਵੀਰ ਦੇ ਤਜਰਬੇ ਜਿਹੜੇ ਹੈਗੇ ਨੇ ਉਹ ਸਟੇਜਾਂ ਦੇ ਨੇ, ਸਾਡੇ ਵੀਰ ਦੇ ਜਿਹੜੇ ਤਜਰਬੇ ਨੇ ਉਹ ਟੈਲੀਵਿਜ਼ਨ ਦੇ ਨੇ ਜਾਂ ਪਾਰਲੀਮੈਂਟ ਦੇ ਨੇ। ਇਹ ਜਿਹੜੇ ਮੁਖੀ ਬਣ ਕੇ ਹਿੰਦੁਸਤਾਨ ਦੀ ਪਾਰਲੀਮੈਂਟੇਰੀਅਨ ਬਣ ਜਾਣਾ ਇੱਕ ਹੋਰ ਗੱਲ ਆ, ਤੇ ਪੰਜਾਬ ਵਰਗੇ ਸੂਬੇ ਦੇ ਜੋ ਪੂਰੇ ਮੁਲਕ ਤੋਂ ਅੱਡ ਆ, ਇਹਨੂੰ ਸਪੈਸ਼ਲ ਸਟੇਟਸ ਦੇਣ ਦੀ ਗੱਲ ਵੀ ਹੋਈ ਸੀ ਨਹਿਰੂ ਵੱਲੋਂ, ਪਟੇਲ ਵੱਲੋਂ। ਜੋ ਸਟੇਟਸ 7 ਸਿਸਟਰ ਸਟੇਟਸ ਨੂੰ ਦਿੱਤਾ ਗਿਆ, ਜਾਂ ਜੋ ਸਟੇਟਸ ਕਦੇ ਜੰਮੂ ਕਸ਼ਮੀਰ ਕੋਲੇ ਸੀ 370 ਦਾ, ਉਹ ਵੀ ਗੱਲ ਹੋਈ ਸੀ, ਔਰ ਪਾਕਿਸਤਾਨ ਦੇ ਬਾਰਡਰ ਨਾਲ ਵੀ ਲੱਗਦਾ। ਸੋ ਅਸੀਂ ਸਿਰਫ ਇੰਨਾ ਨਹੀਂ ਜੁੜੇ ਹੋਏ ਕਿ ਇੱਕ ਨਾਰਮਲ ਸਟੇਟ ਆ, ਇਹ ਝਾਰਖੰਡ ਸਟੇਟ ਨਹੀਂ ਹੈਗੀ। ਹਾਲਾਂਕਿ ਉੱਥੇ ਵੀ ਝਾਰਖੰਡ ਦੇ ਵਿੱਚ ਵੀ ਜੰਗਲਾਂ ਦੀ ਪ੍ਰੋਬਲਮ ਹੋਰ ਹੈਗੀ ਆ, ਉੱਥੇ ਕਬਾਇਲੀਆਂ ਦੀ ਪ੍ਰੋਬਲਮ ਹੋਰ ਹੈਗੀ ਆ, ਉਹਨੂੰ ਵੀ ਕੋਈ ਆਮ ਮੁੱਖ ਮੰਤਰੀ ਨਹੀਂ ਨਜਿੱਠ ਸਕਦਾ। ਸੋ ਉਸੇ ਤਰੀਕੇ ਨਾਲ ਪੰਜਾਬ ਦੀ ਪ੍ਰੋਬਲਮ ਨੂੰ, ਪੰਜਾਬ ਦੇ ਲੋਕਾਂ ਨੂੰ ਹੈਂਡਲ ਕਰਨਾ ਕਿਸੇ ਸੌਖਾ ਕੰਮ ਨਹੀਂ ਹੈਗਾ ਇਸ ਵੇਲੇ। ਹਾਂ, ਇਹ ਵੀ ਨਹੀਂ ਕਹਿ ਸਕਦੇ ਕਿ ਭਗਵੰਤ ਮਾਨ ਅਸਤੀਫਾ ਦੇ ਦੇ, ਕੋਈ ਹੋਰ ਨਵਾਂ ਮੁੱਖ ਮੰਤਰੀ ਲੱਭੇ, ਉਹ ਵੀ ਕੋਈ ਹੱਲ ਨਹੀਂ ਹੈਗਾ। ਇਹੀ ਹੋਣਾ ਚਾਹੀਦਾ। ਲੇਕਿਨ ਭਗਵੰਤ ਮਾਨ ਨੂੰ ਇਹ ਇਨਸ਼ੋਰ ਕਰਨਾ ਪਏਗਾ ਕਿ IPS ਲੌਬੀ ਉਹਦੇ ਹਿਸਾਬ ਨਾਲ ਕੰਮ ਕਰਨ ਲੱਗ ਜੇ, ਜਿੱਦੇ ਪੁਲਿਸ ਵਾਲੇ ਉਹਦੇ ਹਿਸਾਬ ਨਾਲ ਕੰਮ ਕਰਨ ਲੱਗੇ, ਇਹੀ ਪੰਜਾਬ ਦੇ ਵਿੱਚ ਸ਼ਾਂਤੀ ਹੋਏਗੀ। ਸ਼ਾਂਤੀ, ਕੋਈ ਗੈਂਗਸਟਰ ਨਹੀਂ ਦਿਖਣਾ, ਕੋਈ ਹੋਰ ਨਹੀਂ ਦਿਖਣਾ, ਕਿਉਂਕਿ ਜਦੋਂ ਲਾਅ ਆਪਣਾ ਕੰਮ ਕਰਦਾ ਨਾ, ਫਿਰ ਉਹ ਬਹੁਤ ਵਧੀਆ ਤਰੀਕੇ ਨਾਲ ਕਰਦਾ। ਬਟ ਇਹਨਾਂ ਦੇ ਡਿਸੀਜਨ ਇਹੀ ਨੇ ਕਿ ਪੁਰਾਣੀ ਸਰਕਾਰ ਦਾ ਚੀਫ ਸੈਕਟਰੀ ਲਈ ਬੈਠੇ ਨੇ, ਉਹੀ SSP ਘੁੰਮ ਰਹੇ ਨੇ, ਔਰ ਉਹੀ ਅਫਸਰ ਨੇ ਜਿਨ੍ਹਾਂ ਦੇ ਮੂੰਹ ਨੂੰ ਪਹਿਲਾਂ ਦਲਾਲੀਆਂ ਦਾ ਖੂਨ ਲੱਗਿਆ ਹੋਇਆ। ਸੋ ਕਿਤੇ ਨਹੀਂ ਜਾ ਸਕਦੇ। ਤੁਹਾਨੂੰ ਉਹ ਸਾਫ਼ ਸੁਥਰੇ ਨਵੇਂ ਥਾਣੇਦਾਰ, ਹੌਲਦਾਰ, ਸਿਪਾਹੀ,
जी DSP SP SSP IG DIG एक नवी खेप देनी पैनी है इमानदार पुलिस दी जो पुलिसिंग करती होवे जो हिंदुस्तान दी नवे हिंदुस्तान दी पुलिसिंग करती होवे ना कि जो 1861 ਦਾ अंग्रेजां ने अपने विद्रोह ਨੂੰ रोकਣ ਲਈ पुलिस ਬਣਾਈ ਸੀ कि अपने लोगों ਨੂੰ मारना ਉਹ ਕੰਮ ਕਰਦੀ ਹੋਵੇ ਇਹ ਸਾਰੀ ਕਾਸੇ ਦੀ ਜੜ ਜੇ ਕਿ ਹੈਗੀ ਆ ਤਾਂ ਉਹ ਪੰਜਾਬ ਪੁਲਿਸ ਦੇ ਉੱਪਰ ਹੀ ਪੂਰੇ ਦਾ ਪੂਰਾ ਨਜ਼ਲਾ ਡਿੱਗਣਾ ਚਾਹੀਦਾ। ਧੰਨਵਾਦ ਸਮਦ ਸਾਹਿਬ, ਬਹੁਤ 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 ਸ਼ੁਕਰੀਆ।